ਖਬਰਾਂ ਦੇ ਬੁਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਮੋਹਾਲੀ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਮੋਹਾਲੀ ਪ੍ਰੈਸ ਕਲੱਬ ਦਾ 24ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿੱਥੇ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਵੰਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ ਤੇ ਕੁਲਵੰਤ ਸਿੰਘ ਨੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਵੀ ਦਿੱਤੀ। ਇਸ ਖਾਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਹੈ ਤੇ ਪਿੰਡ ਵੱਖ-ਵੱਖ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਇਸ ਵਾਰ ਲੋਕੀ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਅੱਜ 23 ਸਾਲ ਪੂਰੇ ਕਰਕੇ ਤੁਸੀਂ 24ਵੇਂ ਸਾਲ ਦੇ ਵਿੱਚ ਕਦਮ ਰੱਖਿਆ ਹੈ ਪ੍ਰੈਸ ਕਲੱਬ ਨੇ, ਇਹਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਔਰ ਤੁਹਾਡੇ ਲਈ ਮੇਰੀ ਅਰਦਾਸ ਵੀ ਤੁਹਾਡੀਆਂ ਸਾਰਿਆਂ ਦੀਆਂ ਬਹੁਤ ਲੰਬੀਆਂ ਉਮਰਾਂ ਹੋਣ, ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣ। ਪਰਮਾਤਮਾ ਜੋ ਤੁਸੀਂ ਸੋਚਿਆ ਵੀ ਨਹੀਂ ਹੈ ਉਹ ਵੀ ਤੁਹਾਨੂੰ ਦੇਵੇ। ਅੱਜ ਦੇ ਦਿਨ ਮੇਰੀ ਅਰਦਾਸ ਆ ਤੁਹਾਨੂੰ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਨੂੰ, ਪ੍ਰਧਾਨ ਸਾਹਿਬ ਨੂੰ, ਸੈਕਟਰੀ ਸਾਹਿਬ ਨੂੰ, ਸੋ ਬਹੁਤ-ਬਹੁਤ ਮੁਬਾਰਕਾਂ। ਕੀ ਰਿਸਪੌਂਸ ਆ ਰਿਹਾ? ਤੁਸੀਂ ਘਰ ਦੇਖੋ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ। ਤੁਸੀਂ ਪੱਤਰਕਾਰ ਹੋ, ਹਰ ਜਗ੍ਹਾ ਤੇ ਕੈਮਰੇ ਲੈ ਕੇ ਵੀ ਘੁੰਮ ਰਹੇ ਹੋ, ਕਾਪੀਆਂ ਲੈ ਕੇ ਵੀ ਘੁੰਮ ਰਹੇ ਹੋ ਤੇ ਮੇਰੇ ਤੋਂ ਵੱਧ ਭਾਵੇਂ ਤੁਸੀਂ ਜਾਣਦੇ, ਪਰ ਕਿਉਂਕਿ ਤੁਸੀਂ ਮੇਰੇ ਮੂੰਹ ਤੇ ਸੁਣਨਾ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਬਹੁਤ ਹੀ ਜੋਸ਼ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਲੋਕਾਂ ਦੇ ਵਿੱਚ, ਔਰ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਤੇ ਲੋਕਾਂ ਨੇ ਇਹ ਸੋਚ ਲਿਆ ਵੀ ਇਸ ਵਾਰੀ ਬਦਲਾਅ ਲੈ ਕੇ ਆਉਣਾ ਹੈ ਔਰ ਪੰਜਾਬ ਦੇ ਵਿੱਚ ਵੱਡੇ ਫਰਕ ਨਾਲ ਆਮ ਆਦਮੀ ਜਿੱਤ ਕੇ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਰਕਾਰ ਬਣਾ ਰਹੀ ਹੈ ਔਰ ਲੋਕ ਬਿਨਾਂ ਕਿਸੇ ਅਪਰੋਚ ਕੀਤੇ ਖੁਦ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਕੱਲ੍ਹ ਇੱਕ ਪਿੰਡ ਦੇ ਵਿੱਚ ਮੈਂ ਗਿਆ ਸੀ ਪ੍ਰਚਾਰ ਕਰਨ ਵਾਸਤੇ, ਅਲੀਪੁਰ ਪਿੰਡ ਸੀ, ਉਹਦੇ ਵਿੱਚ 4 ਜਾਂ 5 ਘਰਾਂ ਨੂੰ ਛੱਡ ਕੇ ਸਾਰੇ ਪਿੰਡ ਨੇ ਜੁਆਇਨ ਕਰ ਲਿਆ, ਪੂਰੇ ਦਾ ਪੂਰਾ ਪਿੰਡ। ਔਰ ਰੋਜ਼ ਘੱਟੋ ਘੱਟ ਅਸੀਂ 200-300 ਜੁਆਇਨਿੰਗ ਜਿਹੜੀਆਂ ਅਸੀਂ ਰੋਜ਼ ਕਰਾ ਰਹੇ। ਇੱਥੋਂ ਪਤਾ ਚੱਲਦਾ ਵੀ ਆਮ ਆਦਮੀ ਦੇ ਲੋਕਾਂ ਦੇ ਮਨ ਦੇ ਵਿੱਚ ਬੜਾ। ਅੱਜ ਅੰਮ੍ਰਿਤਸਰ ਵਿੱਚ ਭਾਜਪਾ ਦੀ ਹਾਈ ਕਮਾਂਡ ਪ੍ਰਚਾਰ ਕਰਨ ਪਹੁੰਚੀ, ਜਿਨ੍ਹਾਂ ਵਿੱਚ ਮਨੋਜ ਤਿਵਾੜੀ ਤੇ ਹਰਦੀਪ ਪੁਰੀ ਹਾਜ਼ਰ ਸਨ। ਉਹਨਾਂ ਨੇ ਇਸ ਮੌਕੇ ਕਾਂਗਰਸ ਪਾਰਟੀ ਦੇ ਨਾਲ ਨਵਜੋਤ ਸਿੱਧੂ ਨੂੰ ਆੜੇ ਹੱਥੀ ਲਿਆ। ਉਹਨਾਂ ਕਿਹਾ ਕਿ ਕਾਂਗਰਸ ਦੀ ਬਰਬਾਦੀ ਪਿੱਛੇ ਨਵਜੋਤ ਸਿੱਧੂ ਦਾ ਵੱਡਾ ਹੱਥ ਹੈ, ਇਸੇ ਕਰਕੇ ਕਾਂਗਰਸ ਨੇ ਨਵਜੋਤ ਸਿੱਧੂ ਤੋਂ ਕਿਨਾਰਾ ਕਰ ਲਿਆ। जी पूरी ताकत लगाती है केंद्र सरकार ने पंजाब किस तरह पंजाब जिन्हें बड़े लीडर आ रहे ऐसा कि राजनीतिक पार्टियां दे नेता चुनाव प्रचार चाहते ने। हुण कांग्रेस कोल कोई लीडर नहीं गा, हुण की करन डिसकार्डेड लोग जिन्होंने समाज ने नकार दिता है वो लोग की करनगे प्रचार। नरेंद्र मोदी जी करोड़ों लिगां दे दिलां दी धड़कन है। अमित शाह जी लोग प्यार करते, नड्डा साहब लोग प्यार करते, मनोज तिवाड़ी होन, स्मृति ईरानी होन, लोगों के दिल च इन्हां दी जगह इस पिछे लोग उन्हां दी रैलियां चाहते। बाकी गरीब घर दा बेटा ऐसा है कि 177 करोड़ रुपया जिहदे कोल हैगा, जिहदे कोल 177 करोड़ रुपया हैगा, वो ये समझते हैं कि राहुल गांधी जी दी डिक्शनरी दे अंदर गरीब है। राहुल गांधी जी दी डिक्शनरी च जिहड़ा गरीब है और कोल 177 करोड़ रुपया है। ते मैं पूछना चाहना राहुल गांधी जी, पंजाब च 1 करोड़ 42 लाख नीले कार्ड होल्डर वो अमीर ने कि गरीब ने? राहुल गांधी जी ने चन्नी नूं गरीब दा बेटा कह के 177 करोड़ दी संपत्ति वाले नूं गरीब दा बेटा कह के पंजाब के 1 करोड़ 42 लाख लोगों का अपमान किया है, जिन्हों बर्दाश्त नहीं किया। One of a kind campaign because Punjab had a certain political culture. We were part of a coalition which showed entrepreneurial qualities of a very different kind. We are very happy today because earlier we were only contesting on 22 or 23 seats out of the 117. Today we are contesting 100 out of 117, 73 seats. Bharatiya Janata Party was a junior partner in that coalition earlier. Today we have all the freedom to address the challenges of Punjab and to ensure that Nava Punjab Bhartwa de naal. And I am convinced, if you see the turnout, earlier opinion polls were saying BJP is not in the race. They started with 3 to 11, then 8 to 15. We are contesting 73 seats. I am convinced that if we win even 50%, we will form the government. अभी तो मैं यहाँ की चाय पीऊँगा और हमारे बड़े भाई
तरुण चुग जी जो जैसा बताएंगे वैसे चलना है। फिर यहाँ से मुझे होशियारपुर जाना है, फिर फगवाड़ा जाना है, फिर कल मैं मोहाली पहुँचूँगा, ऐसे खन्ना पहुँचूँगा। ऐसे हमारे 6 कार्यक्रम हैं, 6 हमारी रैलियाँ हैं। और पंजाब के लोगों से हम जो बात सुन रहे हैं, समझ रहे हैं, तो पंजाब उमड़ के बोला हुण रंग ले बसंती चोला। तिवाड़ी जी ਤੁਸੀਂ ਦਿੱਲੀ ਮਾਡਲ ਦੀ ਗੱਲ ਕਰਦੇ ਆ केजरीवाल, दिल्ली मॉडल कैसा है? दिल्ली मॉडल इस समय इस देश का ही नहीं दुनिया का सबसे 3rd क्लास मॉडल हो गया है अरविंद केजरीवाल के नेतृत्व में। आपको बताने की आवश्यकता नहीं है, सबसे ज़्यादा पोल्यूटेड अगर सिटी कोई बन गई है तो दिल्ली, सबसे ज़्यादा गंदे जल की अगर कोई नदी है तो यमुना जी दिल्ली में 27 किलोमीटर। सब अगर पेंशन कहीं बंद है, न विधवा का, न वृद्धा का, न दिव्यांग का, वो दिल्ली मॉडल है। मोहल्ला क्लिनिक में जहां बच्चे दवाई खा के मर जाते हैं, अभी 3 बच्चे मर गए, वो दिल्ली मॉडल है। और जहां का मुख्यमंत्री खुद रोज़ गिरफ्तारी से डरता रहता है, पता नहीं हमारा सत्येंद्र सर कब गिरफ्तार हो जाए, वो हमारा फलाना कब गिरफ्तार हो जाए। इतने भ्रष्टाचार में डूबे हुए दिल्ली मॉडल को पंजाब कभी भी मौका नहीं देना चाहिए। ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਅੱਜ ਬਟਾਲਾ ਪਹੁੰਚੇ, ਜਿੱਥੇ ਉਹਨਾਂ ਨੇ ਬਟਾਲਾ ਤੋਂ ਆਪ ਉਮੀਦਵਾਰ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ ਆਪਣੇ ਅੰਦਾਜ਼ ਵਿੱਚ ਵਿਰੋਧੀਆਂ ਨੂੰ ਆੜੇ ਹੱਥੀ ਲਿਆ। ਉਹਨਾਂ ਨੇ ਕਿਹਾ ਕਿ ਬਟਾਲਾ ਦੀ ਨਵੀਂ ਦਿਸ਼ਾ ਵੱਲ ਲੈ ਕੇ ਜਾਵਾਂਗੇ। ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸੇ ਤਰ੍ਹਾਂ ਦਾ ਇੱਕ ਹੋਰ ਹਾਦਸਾ ਖੰਨਾ ਦੇ ਪਿੰਡ ਲਲਹੇੜੀ ਰੋਡ ਤੇ ਪੇਸ਼ ਆਇਆ, ਜਦੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਚਾਈਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਸ ਦਾ ਪੈਰ ਕੱਟਿਆ ਗਿਆ ਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜੀ ਕੀ ਸੀ ਜਿਹੜਾ ਹਾਦਸਾ, ਜਿਹੜਾ ਇੱਕ ਬੰਦੇ ਨੂੰ ਤੁਸੀਂ ਇੱਥੇ ਲੈ ਕੇ ਕੌਣ ਹੈ? ਇਹ ਪ੍ਰਵਾਸੀ ਮਜ਼ਦੂਰ ਹੈ ਤੇ ਇਹਦੀ ਡੋਰ ਨਾਲ ਲੱਤ ਕੱਟੀ ਗਈ ਹੈ। ਜਦੋਂ ਇਹ ਮੈਂ ਲੰਘਿਆ ਜਾ ਰਿਹਾ ਸੀ, ਉੱਥੇ ਡੋਰ ਇਹਦੀ ਲੱਤ 'ਚ ਫਸੀ ਤੇ ਡਿੱਗ ਗਿਆ। ਇਹਨੂੰ ਜਦੋਂ ਮੈਂ ਜਾ ਕੇ ਦੇਖਿਆ ਇਹਦੀ ਲੱਤ ਪੈਰ ਕੱਟਿਆ ਗਿਆ ਸੀ। ਉਸ ਤੋਂ ਬਾਅਦ ਪਬਲਿਕ ਦੀ ਹੈਲਪ ਲੈ ਕੇ ਮੈਂ ਗੱਡੀ ਰੋਕ ਕੇ ਇਹਨੂੰ ਹਸਪੀਟਲ ਵਿੱਚ ਲੈ ਕੇ ਆਇਆ। ਤੇ ਕਿ ਹੋਇਆ ਕਿੱਥੇ ਹਾਦਸਾ? ਕਾਹਦੇ? ਲਲੇੜੀ ਰੋਡ ਪੁਲ ਦੇ ਉੱਤੇ ਪੈਦਲ ਜਾ ਰਿਹਾ ਸੀ ਇਹ। ਪੈਦਲ ਜਾ ਰਿਹਾ ਸੀ ਜੀ। ਤੇ ਤਾਂ ਦੇਖਿਆ ਉਹਦੀ ਡੋਰ ਫਸੀ ਜਿਹੜੀ? ਬਿਲਕੁਲ, ਮੈਂ ਆਪਣੇ ਹੱਥਾਂ ਨਾਲ ਡੋਰ ਕੱਢ ਕੇ ਆਇਆ ਜੀ। ਉੱਥੇ ਹੁਣ ਵੀ ਮੌਕੇ ਤੇ ਡੋਰ ਪਈ ਹੈ, ਜੇ ਦੇਖਣੀ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਤੁਸੀਂ, ਬਲੱਡ ਡੁੱਲਿਆ ਹੋਇਆ। ਤੇ ਤੁਹਾਨੂੰ ਕੀ ਲੱਗਦਾ ਜੇ ਬਾਈ ਦਵੇ ਡੋਰ ਪੈਰ ਦੀ ਜਗ੍ਹਾ ਕਿਤੇ ਗਰਦਨ ਗੁਰਦਨ ਤੇ ਫਿੜ ਜਾਂਦੀ? ਗਰਦਨ ਕੱਟੀ ਜਾਣੀ ਸੀ ਜੀ, ਇਹਦੇ ਉੱਪਰ ਦੀ ਕੀ ਹੋ ਸਕਦਾ? ਇਹਨਾਂ ਕਹਿ ਰਹੇ ਆ, ਕਹਿੰਦੇ ਵੀ ਡੋਰ ਨਾਲ ਕੱਟਿਆ ਗਿਆ ਪੈਰ। ਹਾਂ, ਤੇ ਕਾਫੀ ਬਲੱਡ ਲਾਸ ਕਾਫੀ ਹੋ ਰਿਹਾ ਸੀਗਾ, ਤੇ ਬੜੀ ਮੁਸ਼ਕਿਲ ਨਾਲ ਬਲੱਡ ਰੋਕ ਕੇ ਅਸੀਂ ਚੰਗੀ ਤਰ੍ਹਾਂ ਇਹਦਾ ਜਿਹੜਾ ਹੈਗਾ ਪ੍ਰਾਇਮਰੀ ਟ੍ਰੀਟਮੈਂਟ ਕਰਤਾ ਹੈ। ਲੇਕਿਨ ਜਿਹੜਾ ਇੰਟਰਨਲ ਕਾਫੀ ਜ਼ਿਆਦਾ ਇੰਜਰੀ ਹੈਗੀ ਹੈ, ਤਾਂ ਉਹਦੇ ਲਈ ਇਹਨੂੰ ਅੱਗੇ ਫਰਦਰ ਮੈਨੇਜਮੈਂਟ ਕਰਾਂਗੇ, ਦੇਖਦੇ ਹਾਂ। ਹਲਕਾ ਖੰਡੂਰ ਸਾਹਿਬ ਦੇ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦੇ ਹੱਕ ਵਿੱਚ ਇੱਕ ਵਿਸ਼ਾਲ ਮੀਟਿੰਗ ਕਸਬਾ ਫਤਿਆਬਾਦ ਵਿੱਚ ਕੀਤੀ ਗਈ, ਜਿੱਥੇ ਉਹ ਅਕਾਲੀ ਦਲ ਨੂੰ ਰਗੜੇ ਲਗਾਉਂਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹਨਾਂ ਦਾ ਚੋਣ ਪ੍ਰਚਾਰ ਸੁਖਾਲਾ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਖੁਦ ਅਕਾਲੀ ਦਲ ਬਾਦਲ ਨੂੰ ਕਿਸੇ ਸਮੇਂ ਗੰਦ ਪਾਰਟੀ ਕਿਹਾ ਗਿਆ ਸੀ। ਮੈਨੂੰ ਲੱਗਦਾ ਕਿ ਜੀ ਉਹਨਾਂ ਦੇ ਖਿਲਾਫ ਮੈਂ ਕੋਈ ਗੱਲ ਹੁਣ ਕਰਨ ਦੀ ਕੋਈ ਰਹਿ ਨਹੀਂ ਗਈ। ਉਹਨਾਂ ਨੇ ਆਪ ਹੀ ਮੇਰੇ ਹੱਕ ਦੇ ਵਿੱਚ ਕੰਪੇਨ ਕਰ ਦਿੱਤੀ ਹੈ। ਉਹ ਜਿਹੜੀਆਂ ਵੀ ਗੱਲਾਂ ਉਹਨਾਂ ਨੇ ਅਕਾਲੀ ਦਲ ਬਾਰੇ ਕਹੀਆਂ, ਉਹ ਬਿਲਕੁਲ ਸੱਚੀਆਂ, ਤੇ ਕਿਉਂਕਿ ਬਜ਼ੁਰਗ ਆਦਮੀ ਜਦੋਂ ਬੋਲਦਾ ਹੈ ਉਹ ਸੱਚ ਹੀ ਬੋਲਦਾ ਹੁੰਦਾ। ਤੇ ਜੇ ਉਹਨਾਂ ਨੇ ਉਸ ਵੇਲੇ ਸੱਚੀਆਂ ਗੱਲਾਂ ਕੀਤੀਆਂ ਤੇ ਅਕਾਲ ਤਖਤ ਸਾਹਿਬ ਤੇ ਸਹੁੰ ਚੱਕੀ ਹੈ, ਤੇ ਭਾਈ ਮੈਨੂੰ ਲੱਗਦਾ ਕਿ ਹੋਰ ਮੈਂ ਹੁਣ ਕੀ ਲੋਕਾਂ ਨੂੰ ਆਖਾਂ। ਮੈਂ ਤਾਂ ਲੋਕਾਂ ਨੂੰ ਇਹੀ ਕਹੂੰਗਾ ਕਿ ਜੋ ਬ੍ਰਹਮਪੁਰਾ ਸਾਹਿਬ ਨੇ ਅਕਾਲੀ ਦਲ ਬਾਰੇ ਆਪਣੇ ਮੂੰਹੋਂ ਇਹ ਕਿਹਾ ਹੈ ਕਿ ਗੰਦ ਦੇ ਛਿੱਟੇ ਇਹਨਾਂ ਦੇ ਮੂੰਹ ਤੇ ਨੇ, ਤੇ ਇਹ ਗੁਰੂ ਵਾਲ ਨੂੰ ਪਿੱਠ ਕਰਕੇ ਕਿ ਬੇਅਦਬੀ ਦੇ ਇਹ ਜ਼ਿੰਮੇਵਾਰ ਨੇ, ਤੇ ਇਹ ਸਮੈਕ ਵੀ ਵੇਚਦੇ ਰਹੇ ਆ, ਨਸ਼ੇ ਵੀ ਵੇਚਦੇ ਰਹੇ ਆ, ਤੇ ਇਹਨਾਂ ਨੇ ਪਰਚੇ ਵੀ ਕਰਾਇਆ, ਧੱਕੇ ਵੀ ਕੀਤੇ ਆ, ਤੇ ਲੋਕ ਉਹਨੂੰ ਸੱਚ ਮੰਨ ਲੈਣ। ਹੁਣ ਮੰਨ ਕੇ ਆਪਾਂ ਫੈਸਲਾ ਕਰਨ। ਹਰ ਇਨਸਾਨ ਨੂੰ ਆਪਣੀ ਉਹਨਾਂ ਨੇ ਸਿਆਸੀ ਫੈਸਲੇ ਕਰਨੇ ਆ, ਔਰ ਉਹ ਸਿਆਸੀ ਫੈਸਲੇ ਉਹਨਾਂ ਨੇ ਕਿਹੜੀ ਸੋਚ ਦੇ ਆਧਾਰ ਤੇ ਕਰਨੇ ਆ, ਇਹ ਉਹਨਾਂ ਨੂੰ ਪਤਾ ਹੋਊਗਾ ਜੀ। ਤੇ ਬਾਕੀ ਸਾਡੀਆਂ ਟੀਮਾਂ ਮਜ਼ਬੂਤ ਨੇ, ਮੇਰਾ ਖਿਆਲ ਨਹੀਂ ਜੀ ਕੋਈ ਵੱਡਾ ਅਸਰ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਭਾਜਪਾ ਦੇ ਹੱਕ ਵਿੱਚ ਕੇਂਦਰ ਦੇ ਮੰਤਰੀ ਆ ਕੇ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਖੰਨਾ ਵਿੱਚ ਭਾਜਪਾ ਦੇ ਉਮੀਦਵਾਰ ਗੁਰਪ੍ਰੀਤ ਭੱਟੀ ਦੇ ਹੱਕ ਵਿੱਚ
ਕੇਂਦਰੀ ਮੰਤਰੀ ਭਗਵੰਤ ਖੁੱਬਾ ਪ੍ਰਚਾਰ ਕਰਨ ਪਹੁੰਚੇ, ਜਿੱਥੇ ਉਹਨਾਂ ਨੇ ਵੋਟਰਾਂ ਨੂੰ ਭਾਜਪਾ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। आने वाला 20 तारीख को पंजाब के अंदर विधानसभा चुनाव की जो चुनाव चल रही है, तो खन्ना विधानसभा क्षेत्र का हमारा उम्मीदवार श्री गुरप्रीत सिंह भट्टी जी का चुनाव का प्रचार में लगातार इस विधानसभा क्षेत्र में 152 बूथें आती है। भारतीय जनता पार्टी के कार्यकर्ता हर बूथ पर बूथ समिति रचना होगी और भारतीय जनता पार्टी के हमारे बूथ रचना के समिति के सदस्य वहाँ पर अभी पन्ना प्रमुख का काम का चालू है और भारतीय जनता पार्टी के उम्मीदवार गुरप्रीत सिंह जी लगातार प्रवास करके मतदाताओं के बीच में जाकर के भारतीय जनता पार्टी का नया पंजाब बनाने के लिए जो विश्वास प्राप्त करना और नरेंद्र मोदी जी सरकार का जो उपलब्धियां हैं, जो गौर गरीब किसान पिछड़ा वंचित युवा महिलाओं को करीब 132 योजनाओं के तहत लाभार्थी बनाई गई, उन लाभार्थियों तक पहुंचने का काम स्वयं अभ्यर्थी और हमारे बूथ स्तर के कार्यकर्ता हमारे सभी पदाधिकारीगण उसमें लगे हुए। तो मैं भी पिछला 15 दिन से फतेहगढ़ लोकसभा क्षेत्र के अंदर लगातार प्रवास कर रहा हूं कि यहाँ की मतदाताओं का मिजाज स्पष्ट दिख रहा है कि सत्ताधारी कांग्रेस और उससे पहले जो सत्ता भाग लिया था अकाली दल, इनको पूर्ण प्रमाण से नकारने का मन बना लिया है। ਨਸ਼ੇ ਦੇ ਦਲਦਲ ਵਿੱਚ ਨੌਜਵਾਨ ਇਹ ਜਿਹਾ ਫਸ ਚੁੱਕੇ ਨੇ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਤੇ ਕਤਲ ਤੱਕ ਕਰ ਰਹੇ ਨੇ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸੰਤ ਨਗਰ ਦਾ ਹੈ, ਜਿੱਥੇ ਇੱਕ ਨੌਜਵਾਨ ਆਪਣੇ ਦੋਸਤ ਕੋਲ ਮੋਬਾਈਲ ਗਹਿਣੇ ਰੱਖ ਕੇ ਪੈਸਿਆਂ ਦੀ ਮੰਗ ਕਰਦਾ ਹੈ, ਪਰ ਦੋਸਤ ਪੈਸੇ ਨਹੀਂ ਦਿੰਦਾ ਤੇ ਨਸ਼ਾ ਕਰਨ ਵਾਲਾ ਸ਼ਖਸ ਕਿਸੇ ਹੋਰ ਕੋਲ ਗਹਿਣੇ ਮੋਬਾਈਲ ਰੱਖ ਕੇ ਪੈਸੇ ਲੈ ਆਉਂਦਾ ਹੈ। ਉਸ ਤੋਂ ਬਾਅਦ ਉਹੀ ਨਸ਼ੇੜੀ ਦੋਸਤ ਆਪਣੇ ਕਰੀਬੀ ਦੋਸਤ ਨੂੰ ਪੈਸੇ ਦੇ ਕੇ ਮੋਬਾਈਲ ਵਾਪਸ ਲਿਆਉਂਦਾ ਹੈ ਤੇ ਇਸ ਦੇ ਨਾਲ ਹੀ ਪਰ ਜਦੋਂ ਮਨਾ ਕੀਤਾ ਤਾਂ ਨਸ਼ੇੜੀ ਦੋਸਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਉੱਪਰ ਹਮਲਾ ਕਰ ਦਿੱਤਾ, ਮੋਟਰਸਾਈਕਲ ਚੱਕ ਕੇ ਉਸ ਦੀ ਫਰਾਰ ਹੋ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਪਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਹੈ। ਸਰ ਮੈਂ ਤੇ ਡਿਊਟੀ ਤੇ ਗਈ ਹੋਈ ਸੀਗੀ ਕੰਮ ਤੇ ਮੇਰੇ ਆਂਦਿਆਂ ਨੂੰ ਤੇ ਇਹਨਾਂ ਨੇ ਮਤਲਬ ਮੇਰੇ ਬੇਟੇ ਨੂੰ ਮਾਰ ਕੁੱਟ ਕੇ ਤੇ ਸੁੱਟ ਦਿੱਤਾ ਸੀਗਾ। ਸਾਡੇ ਮਤਲਬ ਲਾਗੂ ਆਂਢ ਨੇ ਚੁੱਕ ਚੱਕ ਕੇ ਨੇ ਉੱਤੇ ਪਾਇਆ ਤੇ ਉਹਨਾਂ ਸਾਨੂੰ ਫੋਨ ਕੀਤਾ ਵੀ ਤੁਹਾਡੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ। ਅਸੀਂ ਫਿਰ ਉੱਥੋਂ ਕੰਮ ਤੋਂ ਆਏ ਆ ਮਾਂ ਬੇਟਾ, ਅਸੀਂ ਕੁਛ ਹਾਂ ਡੰਬਲ ਨਹੀਂ ਕੀਤੀ, ਬੇਟੇ ਦੀ ਬਹੁਤ ਹਾਲਾਤ ਮਾੜੀ ਸੀਗੀ ਤੇ ਅਸੀਂ ਚੁੱਕ ਕੇ ਲਿਆ ਕੇ ਐਂਬੂਲੈਂਸ ਤੇ ਇੱਥੇ ਹਸਪੀਟਲ ਸੁੱਟਿਆ। ਇਹਦਾ ਚਲੋ ਜੋ ਵੀ ਇਲਾਜ ਲੂਜ ਆਪਾਂ ਕਰਵਾਉਣ ਡੇ ਆ ਤੇ ਆਪਾਂ ਫਿਰ ਰਿਪੋਰਟ ਲਿਖਾਈ, ਇੱਥੋਂ ਰਿਪੋਰਟਾਂ ਗਈਆਂ, ਅਸੀਂ ਸਰ ਰਿਪੋਰਟ ਲਿਖਾਈ, ਫਿਰ ਉਹਨਾਂ ਨੂੰ ਕਿਹਾ ਵੀ ਇਹਦਾ ਇਲਾਜ ਕਰੋ। ਥਾਣੇਦਾਰ ਇਹ ਵਾ ਵੀ ਜਦੋਂ ਆਂਦਾ ਇੱਕ ਵਾਰੀ ਲਿਖ ਕੇ ਲੈ ਗਿਆ ਵੀ ਇਹ ਅਨਫਿਟ ਹੈ, ਚਲੋ ਉਦੋਂ ਤੇ ਇਹ ਬਿਆਨ ਦੇ ਵੀ ਨਹੀਂ ਸੀ ਸਕਦਾ, ਬਹੁਤ ਸੀਰੀਅਸ ਸੀਗਾ। ਅੱਜ ਵੀ ਮਤਲਬ ਆਏ ਆ ਉਹ ਤੇ ਸਾਡੀ ਉਹਨਾਂ ਕੋਈ ਗੱਲਬਾਤ ਨਹੀਂ ਸੁਣੀ ਹੈਗੀ ਤੇ ਇੱਦਾਂ ਲਿਖਾ ਕੇ ਲੈ ਗਏ ਨੇ। ਤੇ ਅਸੀਂ ਜਦੋਂ ਬਾਈਕ ਵੱਲੋਂ ਕਹਿੰਦੇ ਆ ਤੇ ਉਹ ਕਹਿੰਦਾ ਵੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ, ਤੁਹਾਨੂੰ ਵਿਸ਼ਵਾਸ ਨਹੀਂ। ਅਸੀਂ ਇਹਦੇ ਤੇ 2-3 ਦਿਨ ਹੋ ਗਿਆ ਵਿਸ਼ਵਾਸ ਕਰਦੇ ਆ, ਪਰ ਇਹਨਾਂ ਸਾਨੂੰ ਕੋਈ ਬਾਈਕ ਦਾ ਦੱਸਦੇ ਹੀ ਨਹੀਂ ਹੈਗੇ। ਤੇ ਮੈਨੂੰ ਜਦੋਂ ਬੋਲਦੇ ਆ ਉਦੋਂ ਕਹਿੰਦੇ ਤੂੰ ਮੰਜਾ ਚੁੱਕ ਤੇ ਘਰ ਨੂੰ ਜਾ, ਮੰਜਾ ਚੁੱਕ ਤੇ ਘਰ ਨੂੰ ਜਾ। ਮੇਰਾ ਬੇਟਾ ਇੰਨਾ ਤੰਗ ਹੈ, ਮੈਂ ਸਰ ਕਿੱਥੇ ਜਾਣਾ ਮੰਜਾ ਚੁੱਕ ਕੇ? ਜੇ ਮੇਰੇ ਬੇਟੇ ਦੀ ਇਹ ਥਾਣੇਦਾਰ ਜ਼ਿੰਮੇਵਾਰੀ ਚੁੱਕਦਾ, ਕੱਲ ਨੂੰ ਮੇਰੇ ਬੱਚੇ ਨੂੰ ਹਰਜ ਮਰਜ ਕੋਈ ਹੋ ਜੇ ਤੇ ਥਾਣੇਦਾਰ ਜ਼ਿੰਮੇਵਾਰੀ ਚੁੱਕਦਾ ਤੇ ਮੈਂ ਮੰਜਾ ਚੁੱਕ ਕੇ ਘਰ ਲੈ ਜਾਂਦੀ। ਕੀ ਕਾਰਵਾਈ ਕੀਤੀ ਗਈ? ਮਿਤੀ 7/2/22 ਨੂੰ ਰਾਜਕੁਮਾਰ ਦਾ ਝਗੜਾ ਜਿਹੜਾ ਵਾ ਇਹ ਬਲਜੀਤ ਸਿੰਘ ਵਾਸੀ ਹਸਨਪੁਰਾ ਨਾਲ ਤੇ ਕੁਝ ਹੋਰ ਵਿਅਕਤੀ ਨਾਲ ਹੋਇਆ ਸੀ। ਉਹਦੇ ਸੰਬੰਧ 'ਚ MLR ਜਿਹੜੀ ਆ 16 ਨੰਬਰ ਇਹਨਾਂ ਜਾਰੀ ਕਰਾਈ। ਉਸ ਤੋਂ ਬਾਅਦ ਮੇਰੇ ਬਿਆਨ ਲੈਣ ਗਿਆ ਵਾ। ਇਹਨਾਂ ਦੇ ਕੋਈ ਪਹਿਲਾਂ ਡਿਸਪਿਊਟ ਕੋਈ ਮੋਟਰਸਾਈਕਲ ਦਾ ਚੱਲ ਰਿਹਾ ਸੀ। ਇਹਨਾਂ ਮੈਨੂੰ ਕਿਹਾ ਵੀ ਬਿਆਨ ਨਹੀਂ ਗਾ, ਮੈਂ ਆਪਣਾ ਦੇਣਾ, ਉਹਦੀ ਰਪਟ ਮੇਰੇ ਕੋਲ ਵਾ। ਉਸ ਤੋਂ ਬਾਅਦ ਉਹਨਾਂ ਨੇ ਮੋਟਰਸਾਈਕਲ ਪੇਸ਼ ਕੀਤਾ ਥਾਣੇ। ਇਹਨਾਂ ਨੂੰ ਮੈਂ ਕੱਲ੍ਹ ਬੁਲਾਉਂਦਾ ਰਿਹਾ, ਮੈਂ ਆਏ ਨਹੀਂ ਗੇ। ਬਿਆਨ ਇਹਨਾਂ ਦਰਜ ਨਹੀਂ ਕਰਾਇਆ। ਬਿਆਨ ਦੇਣ 'ਤੇ ਜੋ ਕਾਰਵਾਈ ਅਗਲੀ ਕੀਤੀ ਜਾਊਗੀ।
20 ਫਰਵਰੀ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਵੱਖ-ਵੱਖ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਤੇ ਇਸ ਦੇ ਚੱਲਦੇ ਪਾਰਟੀਆਂ ਦੇ ਵੱਲੋਂ ਵੱਡੇ ਵੋਟ ਬੈਂਕ ਵਧਾਉਣ ਦੇ ਲਈ ਕੁਝ ਵੱਡੇ ਚਿਹਰਿਆਂ ਨੂੰ ਵੀ ਆਪਣੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਬੀਜੇਪੀ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿੱਚ ਕੀਤੀ ਇੱਕ ਚੋਣ ਰੈਲੀ ਦੇ ਦੌਰਾਨ ਗਾਇਕ ਜੱਸੀ ਜਸਰਾਜ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਸ਼ਾਮਲ ਹੋਏ ਬੀਜੇਪੀ 'ਚ ਕੀ ਕਾਰਨ ਹੈ, ਮਤਲਬ ਕਿਉਂ ਬੀਜੇਪੀ ਚੁਣੀ ਤੁਸੀਂ? ਦੇਖੋ, ਸਾਨੂੰ ਕੋਈ ਵੀ ਸਟੇਟ ਹੈ ਜਿਹੜੀ, ਉਹਨਾਂ ਨੂੰ ਸਾਨੂੰ ਨੈਸ਼ਨਲ ਲੈਵਲ ਤੇ ਸਾਡੀ ਕੋ ਆਪਣੀ ਹਮਦਰਦ ਪਾਰਟੀ ਚਾਹੀਦੀ ਹੈ ਤੇ ਭਾਰਤੀ ਜਨਤਾ ਪਾਰਟੀ ਜੋ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਓਨੈਸਟ ਲੋਕਾਂ ਨੂੰ ਮੌਕਾ ਦੇ ਰਹੀ ਹੈ ਪਾਰਟੀ 'ਚ, ਤਾਂ ਮੈਨੂੰ ਇਸ ਕਰਕੇ ਮੈਨੂੰ ਚੰਗਾ ਲੱਗਿਆ ਤਾਂ ਮੈਂ ਇਸ ਕਰਕੇ ਜੁਆਇਨ ਕੀਤੀ ਹੈ ਬਿਕੋਜ਼ ਇਟਸ ਅ ਨੈਸ਼ਨਲ ਪਾਰਟੀ। ਆਮ ਆਦਮੀ ਪਾਰਟੀ ਕਿਉਂ ਛੱਡੀ ਤੁਸੀਂ, ਕਿਉਂ ਕਾਰਨ ਕੀ ਰਹੇ ਉਹਦੇ 'ਚ? ਆਮ ਆਦਮੀ ਪਾਰਟੀ ਸਭ ਨੂੰ ਪਤਾ ਜੀ, ਉੱਥੇ ਬੰਦਿਆਂ ਨੂੰ ਜਦੋਂ ਬੁਲਾਇਆ ਜਾਂਦਾ ਉਦੋਂ ਤਾਂ ਇਹ ਕਹਿ ਕੇ ਬੁਲਾਇਆ ਜਾਂਦਾ ਵੀ ਹਮ ਤੋਂ ਗਰੀਬ ਗੁਰਬੇ ਸਭ ਕੋ ਜੀ ਟਿਕਟ ਦੇंगे ਜੀ, मैं तो बहुत ईमानदार हूँ जी। पर ਜਿਹੜੀ ਇਮਾਨਦਾਰੀ ਅਸੀਂ ਕੋਲੋਂ ਦੇਖੀ ਹੈ ਉਹ ਸਾਰੀ ਦੁਨੀਆ ਤੋਂ ਹੁਣ ਲੁਕੀ ਨਹੀਂ ਹੈਗੀ, ਕਿਉਂਕਿ ਜਿਹੜਾ NRI 2017 ਦੇ ਵਿੱਚ ਅੰਨਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇ ਰਿਹਾ ਸੀ, ਅੱਜ NRI ਚੁੱਪ ਕਿਉਂ ਹੈ? ਕਿਉਂਕਿ ਉਹਨਾਂ ਦੇ ਡਾਲਰ ਲੁੱਟੇ ਗਏ, ਉਹਨਾਂ ਨਾਲ ਵਿਸ਼ਵਾਸਘਾਤ ਹੋਇਆ ਤੇ ਜਿਹੜਾ ਬੰਦਾ ਇੱਕ ਵਾਰੀ ਗਲਤੀ ਕਰੇ ਉਹਨੂੰ ਤਾਂ ਬੰਦਾ ਕਹਿੰਦਾ ਵੀ ਸ਼ਾਇਦ ਗਲਤੀ ਨਾਲ ਗਲਤੀ ਹੋ ਗਈ ਹੋਣੀ ਹੈ, ਪਰ ਜਿਹੜਾ ਬੰਦਾ ਬਾਰ-ਬਾਰ ਉਹੀ ਗਲਤੀ ਕਰੇ, ਜਿਹੜਾ ਬੰਦਾ ਕਿਸੇ ਦੇ ਕੀਤੇ ਹੋਏ ਕੰਮਾਂ ਦੀ ਕਦਰ ਨਾ ਪਾਵੇ ਤੇ ਪੈਸੇ ਵਾਲੇ ਧਨਾਡਾਂ ਨੂੰ ਅੱਗੇ ਲਿਆ ਕੇ ਕਹੇ ਜੀ ਹਮ ਪੰਜਾਬ ਬਦलेंगे, हमने दिल्ली बदल दी, तो सब ये ब्लफ है एंड आई नो दैट बिकॉज आई वाज एन इंटरनल पार्ट ऑफ आम आदमी पार्टी। ਪਰ ਬੀਜੇਪੀ ਚ ਆਉਣ ਵੇਲੇ ਵੀ ਦੇਰੀ ਕਰਤੀ, ਪਹਿਲਾਂ ਤੁਸੀਂ ਸ਼ਾਮਲ ਹੁੰਦੇ ਕੋਈ ਟਿਕਟ ਮਿਲਦਾ ਕਿ ਕੋਈ ਚੋਣ ਲੜਦੇ? ਨਹੀਂ ਜੀ, ਮੈਨੂੰ 1.5-2 ਮਹੀਨੇ ਤੋਂ ਸਾਡੀ ਗੱਲ ਚੱਲਦੀ ਸੀ, ਪਰ ਮੈਨੂੰ ਟਿਕਟ ਦੀ ਕਦੀ ਵੀ ਲਾਲਸਾ ਨਹੀਂ ਰਹੀ, ਕਦੀ ਵੀ ਲਾਲਚ ਨਹੀਂ ਰਿਹਾ ਮੈਨੂੰ। ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੇ 1.5-2 ਮਹੀਨੇ ਪਹਿਲਾਂ ਵੀ ਆਪਣੇ ਅਪਰੋਚ ਕੀਤਾ ਸੀ ਤੇ ਬਹੁਤ ਲੋਕਾਂ ਦੇ ਹੋਰ ਵੀ ਸੁਨੇਹੇ ਆਏ ਸੀ। ਮੈਂ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ, ਮੇਰੇ ਮਕਸਦ ਹੈਗੇ ਆ ਇਨਸਾਨੀਅਤ ਦੇ ਮੁੱਦੇ ਚੱਕਣੇ, ਮੇਰਾ ਮਕਸਦ ਹੈ ਭਾਰਤ ਨੂੰ ਇਕੱਠਾ ਦੇਖਣਾ, ਭਾਰਤ ਨੂੰ ਤਰੱਕੀ ਕਰਦੇ ਦੇਖਣਾ, ਮੇਰਾ ਮਕਸਦ ਹੈ ਕਿ ਸੱਚਮੁੱਚ ਦੇ ਵਿੱਚ ਗਰੀਬਾਂ ਦਾ ਭਲਾ ਹੋਵੇ। ਕਿ ਜੋ ਕਿ ਇੱਕ MLA ਦੀ ਸੀਟ ਤੇ ਕੀ ਹੈ, ਤੁਸੀਂ ਇੱਕ ਜਗ੍ਹਾ ਤੇ ਕੇਂਦਰਿਤ ਹੋ ਜਾਂਦੇ ਹੋ, ਸਿਰਫ ਉਸੇ ਏਰੀਏ ਦੇ ਰਹਿ ਜਾਂਦੇ ਹੋ ਤੇ ਮੈਨੂੰ ਲੱਗਦਾ ਕਿ ਜੱਸੀ ਜਸਰਾਜ ਸਿਰਫ ਇੱਕ ਏਰੀਏ ਦਾ MLA ਬਣ ਕੇ ਇੰਨਾ ਖੁਸ਼ ਨਹੀਂ ਰਹੂਗਾ ਜਿੰਨਾ ਮੈਂ ਚਾਹੁੰਦਾ ਇਨਸਾਨੀਅਤ ਦੀ ਜਿਹੜੀ ਖੁਸ਼ਬੂ ਹੈ ਇੱਕ ਚੰਗੀ ਪਾਰਟੀ ਦੇ ਨਾਲ ਜੁੜ ਕੇ, ਨੈਸ਼ਨਲ ਪਾਰਟੀ ਦੇ ਨਾਲ ਜੁੜ ਕੇ ਅਸੀਂ ਸਾਰੇ ਦੁਨੀਆ ਦੇ ਵਿੱਚ, ਇਕੱਲੇ ਦੇਸ਼ ਵਿੱਚ ਨਹੀਂ ਸਾਰੀ ਦੁਨੀਆ 'ਚ ਫੈਲਾ ਸਕੀਏ। 20 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਖੁਦ ਵੀ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ। ਇਸੇ ਦੇ ਚੱਲਦੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਲੜ ਰਹੇ ਇਕਬਾਲ ਸਿੰਘ ਲਾਲਪੁਰਾ ਦੇ ਹੱਕ ਵਿੱਚ ਅੱਜ ਬੀਜੇਪੀ ਦੇ ਕੌਮੀ ਪ੍ਰਧਾਨ JP ਨੱਡਾ ਦੇ ਵੱਲੋਂ ਨੂਰਪੁਰ ਬੇਦੀ ਇਲਾਕੇ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ, ਜਿੱਥੇ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਗਈ। ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਦੇਖੋ ਨੂਰਪੁਰ ਬੇਦੀ ਤੇ ਸਾਡੇ पत्रकार सज्जन सैनी की विशेष रिपोर्ट। कुछ है करते कुछ है। अभी मैं गया बलाचौर में, वहां अशोक बाज जी के लिए वोट मांग रहा था तो अशोक बाज जी ने जनसभा में कहा कि आप वालों ने कहा कि असी तुहानू टिकट देंगे, तुसी दसो किन्ने पैसे दोगे। मतलब हले आए नहीं, पैसे बटोरने पहले शुरू करते हैं। पुश्तैनी कम है, क्या काम पकड़ा है। और हमारे यहाँ देखिए किस तरीके से लोगों को साथ लेने का प्रयास होता है। मुझे बहुत फख्र है, खुशी है, ईमानदार नेक छवि के लोगों को भारतीय जनता पार्टी आगे बढ़ा रही है और इकबाल सिंह लालपुरा उसका दूसरा नाम है। आप बताइए, हमको पंजाब में वोट नहीं मिले थे, लेकिन हमने पंजाब का प्यार कभी कम किया? मोदी जी ने कभी कम किया? अगर माइनॉरिटी कमीशन का चेयरमैन बनता है तो वो भी पंजाब से इकबाल सिंह लालपुरा जी। अगर SC कमीशन का कोई चेयरमैन बनता है तो मोदी जी के दिल में दर्द होती है, चिंता होती है कि बड़ी संख्या में हमारे SC भाई पंजाब में रहते हैं, इसलिए पंजाब का चेयरमैन होगा और विजय सापला को चेयरमैन का पद दी जाती है। यानी 5 कमीशन में से 2 कमीशन पंजाब को जाते हैं। ये पंजाब के प्रति प्यार है, ये भी आपको याद रखना।
20 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਖੁਦ ਵੀ ਉਮੀਦਵਾਰਾਂ ਦੇ ਨਾਲ ਗਲੀਆਂ ਅਤੇ ਬਾਜ਼ਾਰਾਂ ਦੇ ਵਿੱਚ ਵੋਟਾਂ ਮੰਗਣ ਲਈ ਉਤਰੇ ਨੇ। ਇਸ ਦੇ ਚੱਲਦੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਔਰ ਸਾਡੇ ਬੜੇ ਹੀ ਤਿੱਖੇ ਮਤਭੇਦ ਸੀਗੇ ਸ਼੍ਰੀ ਨਰਿੰਦਰ ਮੋਦੀ ਨਾਲ, ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ। ਪਰ ਜਮਹੂਰੀਅਤ ਦਾ ਇੱਕ ਕਾਇਦਾ ਹੈ ਔਰ ਜਮਹੂਰੀਅਤ ਦਾ ਇੱਕ ਕਾਇਦਾ ਹੈ ਕਿ ਹਰ ਇਨਸਾਨ ਨੂੰ ਆਪਣਾ ਜਾਂ ਹਰ ਸਿਆਸੀ ਪਾਰਟੀ ਨੂੰ ਪ੍ਰਚਾਰ ਕਰਨ ਦਾ ਹੱਕ ਹੈਗਾ। ਔਰ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ, ਤਾਂ ਉਹਦੇ 'ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ, ਉਹਦੇ 'ਚ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ। ਕੀ ਉਮੀਦਾਂ ਕੀ ਨੇ, ਕੀ ਚਾਹੀਦਾ ਪ੍ਰਧਾਨ ਮੰਤਰੀ ਤੋਂ, ਕੀ ਐਲਾਨ ਕੀ ਕਰਕੇ ਜਾਣ ਤੇ ਜਾਂ ਕੁਝ ਕਰਕੇ ਜਾਣ ਜਾਂ ਚੋਣ ਜਾਬਤਾ ਲੱਗਿਆ ਹੋਇਆ, ਕੀ ਐਲਾਨ ਕਰਨਗੇ? ਇਹਦਾ ਚੋਣ ਜਾਬਤਾ ਲੱਗਿਆ ਹੋਇਆ, ਕੀ ਐਲਾਨ ਕਰਨਗੇ? ਸੀਐਮ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਵੀ ਖਾਲੀ ਗੱਲਾਂ ਕਰਕੇ ਨਾ ਜਾਣ, ਪੰਜਾਬ ਨੂੰ ਕੁਝ ਦੇ ਕੇ ਜਾਣ। ਪੰਜਾਬ ਨੂੰ ਇਹਦਾ ਚੋਣ ਜਾਬਤਾ ਲੱਗਿਆ ਹੋਇਆ, ਚੋਣ ਜਾਬਤੇ 'ਚ ਕਹਿੰਦੇ ਕੌਣ ਕੀ ਦੇ ਜਾਊਗਾ? ਗੱਲ ਉਹ ਆਪਣੀ ਪਾਰਟੀ ਲਈ ਪ੍ਰਚਾਰ ਕਰਨ ਆ ਰਹੇ ਨੇ, ਅਸੀਂ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਾਂ। ਔਰ ਕਿਉਂਕਿ ਪੰਜਾਬ ਸਰਹੱਦ ਦਾ ਸੂਬਾ ਹੈਗਾ, ਪੰਜਾਬ ਸਰਹੱਦ ਦਾ ਸੂਬਾ ਹੈਗਾ ਔਰ ਇਸ ਲਈ ਪੰਜਾਬ ਨੂੰ ਇੱਕ ਬਹੁਤ ਹੀ ਸੁਲਝੀ ਹੋਈ ਸਰਕਾਰ ਦੀ ਲੋੜ ਹੈਗੀ ਹੈ। ਔਰ ਉਹ ਸੋਚ ਕਾਂਗਰਸ ਪਾਰਟੀ ਔਰ ਉਹ ਜਿਹੜੀ ਇੱਕ ਸੂਝਵਾਨ ਪ੍ਰਸ਼ਾਸਨ ਕਾਂਗਰਸ ਪਾਰਟੀ ਪੰਜਾਬ ਨੂੰ ਦੇ ਸਕਦੀ ਹੈ। ਸਿੱਧੂ ਔਰ ਚੰਨੀ ਦਾ ਤੁਸੀਂ ਸਮਝਦੇ ਹੋ ਵੀ ਹੁਣ ਫੈਸਲਾ ਹੋ ਚੁੱਕਿਆ ਹੈ ਔਰ ਇਹਨਾਂ ਦਾ ਕੋਈ ਫਰਕ ਨਹੀਂ? ਦੇਖੋ ਇੱਦਾਂ ਹੈ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਸਾਡੇ ਗੁਆਂਢੀ ਹਲਕੇ ਤੋਂ ਚਮਕੌਰ ਸਾਹਿਬ ਤੋਂ ਨੁਮਾਇੰਦੇ ਨੇ, ਉਹਨਾਂ ਨੂੰ ਮੁੱਖ ਮੰਤਰੀ ਐਲਾਨਿਆ ਹੈਗਾ, ਉਹਨਾਂ ਨੂੰ ਮੁੱਖ ਮੰਤਰੀ ਥਾਪੜਿਆ ਹੈਗਾ। ਬਹੁਤ ਸੁਲਝੇ ਹੋਏ ਇਨਸਾਨ ਨੇ, ਥੱਲੇ ਉੱਠੇ ਨੇ, ਲੋਕਾਂ ਦਾ ਦੁੱਖ ਦਰਦ ਸਮਝਦੇ ਨੇ ਔਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਜੇ ਪੰਜਾਬ ਉਹਨਾਂ ਨੂੰ ਮੌਕਾ ਦਊਗਾ ਤੇ ਬਹੁਤ ਹੀ ਇੱਕ ਚੰਗੇ ਵਧੀਆ ਢੰਗ ਨਾਲ ਉਹ ਪ੍ਰਸ਼ਾਸਨ ਚਲਾਉਣਗੇ। 20 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਖੁਦ ਵੀ ਉਮੀਦਵਾਰਾਂ ਦੇ ਨਾਲ ਗਲੀਆਂ ਅਤੇ ਬਾਜ਼ਾਰਾਂ ਦੇ ਵਿੱਚ ਵੋਟਾਂ ਮੰਗਣ ਲਈ ਉਤਰੇ ਹੋਏ ਨੇ। ਇਸੇ ਦੇ ਚੱਲਦੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਚੋਣ ਲੜ ਰਹੇ ਵਕੀਲ ਦਿਨੇਸ਼ ਚੱਡਾ ਦੇ ਹੱਕ ਵਿੱਚ ਅੱਜ ਆਪ ਦੇ ਸੀਨੀਅਰ ਲੀਡਰ ਰਾਘਵ ਚੱਡਾ ਦੇ ਵੱਲੋਂ ਰੂਪਨਗਰ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਕਰਕੇ ਵੋਟਾਂ ਮੰਗੀਆਂ ਗਈਆਂ। ਉਹ ਲੀਗਲ ਮੰਨੀ ਗਈ ਹੈ, ਪਿੱਛੋਂ ਮੜ ਜਾ ਜੀ ਸਰ। ਰਾਘਵ ਜੀ ਸਭ ਇਸ ਗੱਲ ਨੂੰ ਜਾਣਦੇ ਹੈ ਕਿ ਚੰਨੀ ਸਾਹਿਬ ਪੰਜਾਬ ਦੇ ਵਿੱਚ ਸੈਂਡ ਮਾਈਨਿੰਗ ਦੇ ਸਰਗਨਾ ਨੇ, ਮਾਫੀਆ ਨੇ। ਜਿੰਦਾਪੁਰ ਪਿੰਡ में सरेआम नजायज रेते ਦੀ ਚੋਰੀ ਚੱਲ ਰਹੀ ਹੈ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਸ ਚੋਰੀ ਨੂੰ ਐਕਸਪੋਜ਼ ਕੀਤਾ ਸੀ, ਤੁਹਾਡੇ ਕੈਮਰੇ ਤੇ ਐਕਸਪੋਜ਼ ਕੀਤਾ ਸੀ ਤੇ ਅੱਜ ਉਹ ਚੰਨੀ ਸਾਹਿਬ ਦੀ ਐਡਮਿਨਿਸਟ੍ਰੇਸ਼ਨ, ਚੰਨੀ ਸਾਹਿਬ आप अपने आप को क्लीन चिट दे के कह रहे हैं जी मैं ऐसे माइनिंग नहीं करता। मैं पूछना चाहना चन्नी साहब ਨੂੰ, चन्नी साहब ਉਹ 10 ਕਰੋੜ ਰੁਪਏ ਨਕਦ ਕੈਸ਼ ਜੋ ਤੁਹਾਡੇ ਭਤੀਜੇ ਦੇ ਘਰ ਮਿਲੇ ਉਹ ਕੀ ਸੀ? ਰਾਘਵ ਜੀ ਤੁਸੀਂ ਕਹਿੰਦੇ ਆ ਮੌਜੂਦਾ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਚੋਣ ਜਾਬਤਾ ਲੱਗਿਆ ਹੋਇਆ, ਹੁਣ ਐਡਮਿਨਿਸਟ੍ਰੇਸ਼ਨ ਕਿਸੇ ਦੀ ਨਹੀਂ ਹੈਗੀ ਆ, ਹੁਣ ਸਰਕਾਰ ਦਾ ਕੋਈ ਇੰਪੈਕਟ ਨਹੀਂ ਹੈਗਾ, ਇਸ ਵਕਤ ਚੋਣ ਜਾਬਤਾ ਲੱਗਿਆ ਹੋਇਆ ਹੈ। ਪਾਰਟੀ ਦੀ ਸਰਕਾਰ ਬਣੂਗੀ, ਉਹਦੇ ਬਾਅਦ ਇੱਕ ਮਾਈਨਿੰਗ ਦਾ ਇੱਕ ਇਲੀਗਲ ਸੈਂਡ ਮਾਈਨਿੰਗ ਦਾ ਇਨਵੈਸਟੀਗੇਸ਼ਨ ਕਰਕੇ ਹਿਸਾਬ ਕਰਾਂਗੇ, ਜਸਟਿਸ ਕਰਾਂਗੇ। ਇਹ ਆਮ ਆਦਮੀ ਪਾਰਟੀ ਇੱਕ ਤੁਹਾਡੇ ਸਿਟਿੰਗ ਐਮਐਲਏ ਨੇ ਕਿਹਾ ਸੀਗਾ ਰਾਘਵ ਚੱਡਾ ਬੱਚਾ ਹੈ, ਹਾਲੇ ਉਹਨੂੰ ਕੁਝ ਨਹੀਂ ਪਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਨਹੀਂ ਹੋਈ। ਚੰਨੀ ਸਾਹਿਬ ਆਪ ਆਪਣੇ ਭਤੀਜੇ ਨੂੰ ਕਲੀਨ ਚਿਟ ਦੇ ਰਹੇ, ਚੰਨੀ ਸਾਹਿਬ ਆਪ ਆਪਣੇ ਆਪ ਨੂੰ ਕਲੀਨ ਚਿਟ ਦੇ ਕੇ ਕਹਿ ਰਹੇ ਜੀ ਮੈਂ ਮਾਈਨਿੰਗ ਨਹੀਂ ਕਰਦਾ। ਚਮਕੌਰ ਸਾਹਿਬ ਹਲਕੇ ਦਾ ਬੱਚਾ ਇਸ ਗੱਲ ਨੂੰ ਮੰਨਦਾ ਹੈ ਕਿ ਚੰਨੀ ਸਾਹਿਬ ਇਲੀਗਲ ਰੇਤੇ ਦੀ ਚੋਰੀ ਕਰਦੇ हैं, ਮਾਈਨਿੰਗ ਕਰਦੇ हैं और ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ इन सारी इलीगल सैंड माइनिंग ਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਕੇ ਜਸਟਿਸ ਕਰੂਗੀ। ਰਾਘਵ ਜੀ ਆਰੋਪ ਲਗਾ ਰਹੇ ਆ ਤੁਹਾਡੇ ਐਮਐਲਏ ਨੇ ਕਿਹਾ ਸੀ ਕਿ ਰਾਘਵ ਚੱਡਾ ਬੱਚਾ ਉਹਨੂੰ ਕੁਝ ਨਹੀਂ ਪਤਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਰਾਘਵ ਜੀ? ਐਮਐਲਏ ਬਾਰੇ ਤਾਂ ਕਹਿ ਰਹੇ ਤੁਹਾਡੇ ਸਿਟਿੰਗ ਐਮਐਲਏ ਆ ਜੀ ਇਸ ਵਕਤ ਦੇ ਹੋ। ਰਾਘਵ ਜੀ ਐਮਐਲਏ ਬਾਰੇ ਤੁਹਾਡੇ ਸਿਟਿੰਗ ਐਮਐਲਏ ਇਸ ਵਕਤ ਦੇ ਬੱਚਾ ਦੱਸੂਗਾ। ਹਾਂਜੀ ਆਮ ਲੋਕਾਂ ਨੂੰ ਆਪਣੀ ਸਿਹਤ ਅਤੇ ਨੌਜਵਾਨ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਮੋਗਾ ਦੇ ਸਥਾਨਕ ਇੱਕ ਨਿੱਜੀ ਪੈਲੇਸ ਵਿੱਚ ਐਨਜੀਓ ਹਿੱਟ ਮੋਗਾ ਫਿੱਟ ਮੋਗਾ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਸਟਾਰ ਸੋਨੂ ਸੂਦ ਨੇ
ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਿੱਥੇ ਇਸ ਸਮਾਗਮ ਦੇ ਪ੍ਰਬੰਧਕ ਹਰਵਿੰਦਰ ਸਲੀਨਾ ਅਤੇ ਉੱਥੇ ਹੀ ਸੋਨੂ ਸੂਦ ਨੇ ਲੋਕਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਫਿਲਮ ਅਦਾਕਾਰ ਸੋਨੂ ਸੂਦ ਦੀ ਭੈਣ ਜੋ ਕਿ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਵੀ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਅਪੀਲ ਕੀਤੀ। मैं मोगे बड़ा जरूरी है कि आप एक ऐसी अवेयरनेस लेके आइए, फिटनेस एक ऐसी अवेयरनेस की ड्राइव की जरूरत सी और ताकि लोग इंस्पायर हो सकन, नशा तो दूर रह सकन। मैं और सलीना मेरा दोस्त असी पिछले 25-30 सालों तो 25-30 सालों तो असी नाल वर्कआउट करते रहे हैं और हुण जो असी वर्कआउट कर रही असी क्या कि एक ऐसा मैसेज जाना चाहिए कि जिते सारिਆਂ ਨੂੰ ਕਿਹਾ ਜਾਏ कि यार मोगे शहर च ना सिर्फ चंगे मोगे शहर च ना सिर्फ चंगे स्टेडियम्स, ना सिर्फ चंगे फिटनेस जोन्स और कोचेस होने चाहिए ताकि अपना मोगा शहर पूरा इंस्पायर हो सके। ਇਹ ਮਕਸਦ ਇਹ ਸੀਗਾ ਕਿ ਜਿੰਨੇ ਵੀ ਸਾਡੇ ਫਿਟਨੈਸ ਦੇ ਕੋਚਿਸ ਹੈ, ਜਿੰਨੇ ਵੀ ਫਿਟਨੈਸ ਫਰੀਕਸ ਹੈ, ਉਹਨਾਂ ਨੂੰ ਅੰਡਰ ਵਨ ਰੂਫ ਇਕੱਠਾ ਕਰੀਏ ਤਾਂ ਕਿ ਅਸੀਂ ਲੋਕਾਂ ਨੂੰ ਇਹ ਮੈਸੇਜ ਦੇ ਪਾਈਏ ਕਿ ਮੋਗਾ ਸਭ ਤੋਂ ਹਿੱਟ ਐਂਡ ਫਿਟ ਸਿਟੀ ਹੈ। ਮਾਲਵਿਕਾ, ਤੁਸੀਂ ਕੀ ਸਮਝਦੇ ਹੋ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੈ ਉਹ ਯੂਥ ਨੂੰ ਇੰਸਪਾਇਰ ਕਰਨ ਲਈ ਕਿੰਨਾ ਕੁ ਕੰਮ ਕਰ ਸਕਦੇ ਨੇ? ਬਿਲਕੁਲ ਐਬਸੋਲੂਟਲੀ ਬਹੁਤ ਇੰਸਪਾਇਰ ਕਰਾਂਗੇ ਕਿਉਂਕਿ ਕਿਤੇ ਨਾ ਕਿਤੇ ਯੂਥ ਜਿਹੜਾ ਹੈਗਾ ਆਪਣਾ ਅਨਇੰਪਲੋਇਡ ਹੋ ਰਿਹਾ ਹੈ ਔਰ ਕਿਤੇ ਨਾ ਕਿਤੇ ਨਸ਼ਿਆਂ ਵੱਲ ਜਾ ਰਿਹਾ ਹੈ। ਅੱਜ ਇੱਥੇ ਬੱਚਿਆਂ ਨੇ ਸਾਰੇ ਜਿਹੜਾ ਯੂਥ ਇਕੱਠਾ ਹੋਇਆ ਉਹਨਾਂ ਨੇ ਦੱਸਦਾ ਹੈ ਕਿ ਮੋਗਾ ਦਾ ਜਿਹੜਾ ਯੂਥ ਹੈ ਬੜਾ ਹਿੱਟ ਹੈ ਔਰ ਬੜਾ ਫਿਟ ਹੈ। ਮਾਲਵਿਕਾ, ਤੁਸੀਂ ਆਪ ਵੀ ਇੱਕ ਫਿਟਨੈਸ ਫਰੀਕ ਹੋ, ਤੁਹਾਡੇ ਬ੍ਰਦਰ ਵੀ ਫਿਟਨੈਸ ਫਰੀਕ ਨੇ ਤੇ ਇਸ ਜੇ ਪਰਮਾਤਮਾ ਤੁਹਾਨੂੰ ਮੌਕਾ ਦਿੰਦਾ ਤੁਹਾਡੇ ਵੱਲੋਂ ਕੀ ਪ੍ਰਾਇੋਰਟੀ ਰਹੇਗੀ ਇਸ ਕੰਮ ਵਾਸਤੇ? देखिए बहुत सारे विलेजेस ਦੇ ਵਿੱਚ ਸ਼ਹਿਰ ਦੇ ਵਿੱਚ ਕੋਚਿਸ ਅੱਛੇ ਨਹੀਂ ਹੈ, ਪ੍ਰੋਪਰ ਗਰਾਊਂਡਸ ਨਹੀਂ ਹੈ, ਬੱਚੇ ਬਹੁਤ ਅੱਛੇ ਜਿਹੜੇ ਖੇਡਾਂ ਦੇ ਵਿੱਚ ਹੈ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਕਮੀਆਂ ਬਹੁਤ ਮਹਿਸੂਸ ਹੁੰਦੀ ਹੈ। ਲੇਕਿਨ ਅੱਜ ਜਦ ਮੈਂ ਇੰਨੇ ਅੱਛੇ ਕੋਚਿਸ ਔਰ ਇੰਨੇ ਫਿਟਨੈਸ ਲੋਕ ਦੇਖ ਰਹੀ ਹਾਂ ਮੈਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਮੀਆਂ ਜ਼ਰੂਰ ਪੂਰੀਆਂ ਹੋਣਗੀਆਂ। ਆਪਣੇ ਜੱਦੀ ਪਿੰਡ ਵੜਿੰਗ ਪਹੁੰਚੇ ਰਾਜਾ ਵੜਿੰਗ। ਜਿੱਤ ਹਾਰ ਨੂੰ ਦੱਸਿਆ ਮੁੱਛ ਦਾ ਸਵਾਲ। ਹਲਕਾ ਸ਼੍ਰੀ ਮੁਕਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕਰਨ ਕੌਰ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਪਣੇ ਜੱਦੀ ਪਿੰਡ ਵੜਿੰਗ ਪਹੁੰਚੇ। ਟਰਾਂਸਪੋਰਟ ਮੰਤਰੀ ਅਤੇ ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਰੋਧੀਆਂ ਦੇ ਸਾਦੇ ਨਿਸ਼ਾਨੇ ਕਿਹਾ ਕਿ ਜੇਕਰ ਵੜਿੰਗ ਤੋਂ ਉਹਨਾਂ ਨੂੰ ਵੋਟਾਂ ਦੀ ਲੀਡ ਨਾ ਮਿਲੀ ਤਾਂ ਉਹਨਾਂ ਨੂੰ ਆਪਣੀਆਂ ਮੁੱਛਾਂ ਨੀਵੀਆਂ ਕਰਨੀਆਂ ਪੈਣਗੀਆਂ। ਉਹਨਾਂ ਨੇ ਪੁਸਤੈਨੀ ਪਿੰਡ ਹੋਣ ਦੀ ਦੁਹਾਈ ਦਿੰਦਿਆਂ ਕਿਹਾ ਕਿ ਇਸ ਪਿੰਡ ਵਿੱਚ ਮੈਨੂੰ ਵੋਟਾਂ ਦੀ ਲੀਡ ਮਿਲਣੀ ਚਾਹੀਦੀ ਹੈ। ਜੱਦੀ ਪਿੰਡ ਪਹੁੰਚਿਓ ਕਾਂਗਰਸ ਲਈ ਪ੍ਰਚਾਰ ਕਰਨ ਲਈ, ਕੀ ਕਹਿਣਾ ਚਾਹੁੰਦੇ ਹੋ? ਯਾਰ ਸਾਡਾ ਜੱਦੀ ਪਿੰਡ ਤਾਂ ਮੈਂ ਪਹੁੰਚਦਾ ਹੀ ਰਹਿਣਾ। ਮੈਂ ਆਪਦੇ ਆਂਟੀ ਵਾਸਤੇ ਕਰਨ ਕੌਰ ਬਰਾੜ ਜੀ ਵਾਸਤੇ ਵੋਟ ਮੰਗਣ ਵਾਸਤੇ ਆਇਆ ਤਾਂ ਮੇਰਾ ਫਰਜ਼ ਬਣਦਾ ਕਿ ਪਿੰਡ 'ਚ ਆ ਕੇ ਹਾਜ਼ਰੀ ਲਵਾਵਾਂ ਤੇ ਲੋਕਾਂ ਨੂੰ ਆਪਦੇ ਚਾਚੇ ਤਾਇਆਂ ਨੂੰ ਬੇਨਤੀ ਕਰਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਇੱਥੋਂ ਭੇਜੋ ਤੇ ਇਹ ਸੀਟ ਜਿੱਤੀਏ। ਪਤਾ ਨਹੀਂ ਰੈਲੀ ਕਰੂਗਾ ਤੇ ਕਿ ਮੋਦੀ ਸਾਹਿਬ ਦੁਬਾਰਾ ਫਿਰ ਉਸ ਤਰ੍ਹਾਂ ਦਾ ਕੋਈ ਡਰਾਮਾ ਕਰਨਗੇ ਕਿ ਮੈਨੂੰ ਜਿੱਥੇ ਰਸ਼ ਨਾ ਹੋਇਆ ਕਿ ਮੈਨੂੰ ਖਤਰਾ ਸੀ ਜਾਣ ਦਾ। ਸੋ ਮੋਦੀ ਸਾਹਿਬ ਦੀਆਂ ਰੈਲੀਆਂ ਦਾ, ਪ੍ਰਧਾਨ ਮੰਤਰੀ ਜੀ ਦੀ ਰੈਲੀਆਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਵੀ ਸੀਟ ਅੱਜ ਬੀਜੇਪੀ ਨੂੰ ਮੈਂ ਚੈਲੰਜ ਕਰਦਾ ਪੰਜਾਬ ਦੇ ਵਿੱਚ ਨਹੀਂ ਆਏ। ਬਹੁਤ ਚੰਗੀ ਗੱਲ ਹੈ ਜੀ, ਇੱਕ ਚੰਗਾ ਸੁਨੇਹਾ ਔਰ ਮੈਸੇਜ ਜਾਂਦਾ ਉੱਥੇ ਦੇ ਲੋਕਾਂ ਨੂੰ। ਪਤੌੜ ਜਿਹੜੀ ਸੀਟ ਹੈ ਕੋਈ ਇੱਥੇ ਅਸੀਂ ਮਗਰਲੇ ਕਈ ਸਾਲਾਂ ਤੋਂ ਚੋਣ ਨਹੀਂ ਜਿੱਤ ਰਹੇ ਸੀ। ਕਈ ਸਾਲਾਂ ਤੋਂ ਇੱਥੇ ਪਿਛਲੇ ਵਾਰੀ ਆਮ ਆਦਮੀ ਪਾਰਟੀ ਸੀ, ਉਸ ਤੋਂ ਪਹਿਲਾਂ ਵੀ ਅਸੀਂ 2-3 ਵਾਰੀ ਇਹ ਚੁਣਾਵ ਹਾਰ ਚੁੱਕੇ ਸੀ। ਮੈਨੂੰ ਲੱਗਦਾ ਜਿੱਥੇ ਔਖੀ ਸੀਟ ਹੈ, ਟਫ ਸੀਟ ਹੈ, ਉੱਥੇ ਜਾ ਕੇ ਸਰਦਾਰ ਚੰਨੀ ਸਾਹਿਬ ਨੂੰ ਲੜਨਾ ਚਾਹੀਦਾ ਸੀ। ਇਸ ਕਰਕੇ ਉੱਥੇ ਲੜ ਰਹੇ ਨੇ। ਬਿਜਲੀ ਦੇ ਬਕਾਏ ਮਾਫ ਹੋਏ ਕਿ ਨਹੀਂ ਹੋਏ, ਪੈਟਰੋਲ ਡੀਜ਼ਲ ਦੇ ਰੇਟ ਘਟੇ ਕਿ ਨਹੀਂ ਕਰੇ, ਮੇਰਾ ਘਰ ਮੇਰੇ ਨਾਮ ਉਹ ਜਿਹੜਾ ਬਿੱਲ ਆਇਆ ਕਰੂਗਾ, ਬਿੱਲ ਮਾਫ ਨਹੀਂ ਹੋਇਆ, ਪੁਰਾਣੇ ਬਕਾਏ ਮਾਫ ਹੋਇਆ, 200 ਯੂਨਿਟ ਬਿਜਲੀ ਮਾਫ ਹੈ, 3 ਰੁਪਏ ਬਿਜਲੀ ਸਸਤੀ ਹੈ। ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਵੀ ਬਿਜਲੀ ਦੇ ਬਿੱਲ ਮਾਫ ਹੈ, ਬਿਜਲੀ ਦੇ ਬਿੱਲ ਪਹਿਲਾਂ ਵੀ ਨਹੀਂ ਮਾਫ ਸੀ, ਹੁਣ ਵੀ ਨਹੀਂ ਮਾਫ ਹੈ। ਲੇਕਿਨ ਜੋ ਐਲਾਨ ਕੀਤੇ ਉਹ ਕਾਂਗਰਸ ਪਾਰਟੀ ਨੇ ਆਪਦੇ ਵਾਅਦੇ ਪੂਰੇ ਕੀਤੇ। ਤਕਲੀਫ ਹੋ ਰਹੀ ਹੈ ਵਿਰੋਧੀਆਂ ਨੂੰ, ਢਿੱਡ ਦੁਖ ਰਿਹਾ ਵਿਰੋਧੀਆਂ ਦਾ ਕਿ 111 ਦਿਨਾਂ 'ਚ ਉਹ ਕੰਮ ਕਰ ਗਿਆ ਜਿਹੜੇ ਲੋਕਾਂ ਨੇ 10-10 ਸਾਲ ਨਹੀਂ ਕੀਤਾ। ਮੈਂ ਤਾਂ ਇਹ ਕਰੂੰਗਾ ਵੀ ਮੋਦੀ ਸਾਹਿਬ ਨੂੰ ਕੱਲ ਨੂੰ ਫੇਰ ਕੋਈ ਬਹਾਨਾ ਨਾ ਬਣਾਉਣ, ਪੈਰਾਮਿਲਟਰੀ ਫੋਰਸਿਸ ਲਾ ਦੇਣ। ਹੁਣ ਇਲੈਕਸ਼ਨ ਕਮਿਸ਼ਨ ਲੱਗਿਆ, ਹੁਣ ਤਾਂ ਸਾਡਾ ਕਿਸੇ ਚੀਜ਼ ਤੇ ਕੰਟਰੋਲ ਨਹੀਂ ਹੈ। ਅਗਰ ਕੋਈ ਕੱਲ ਨੂੰ ਫੇਰ ਸਾਡੇ ਤੇ ਇਲਜ਼ਾਮਾਤ ਇਸ ਤਰ੍ਹਾਂ ਦਾ ਲਾਉਣਾ ਤਾਂ ਇਦੋਂ ਚੰਗਾ ਹੋਣ ਹੀ ਨਾ। ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਅਸੀਂ ਵੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਲੇਕਿਨ ਪੰਜਾਬ ਦੇ ਅੰਦਰ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਕੋਈ ਐਸੀ ਗੱਲ ਹੋਈ ਨਹੀਂ। ਕਿਸੇ ਨੇ ਉਹਨੂੰ ਮੰਦਾ ਨਹੀਂ ਬੋਲਿਆ, ਕਿਸੇ ਨੇ ਉਹਨਾਂ ਨੂੰ ਗਾਲ ਨਹੀਂ ਕੱਢੀ, ਕਿਸੇ ਨੇ ਕੋਈ ਐਸੀ ਦੁਰਘਟਨਾ ਨਹੀਂ ਕੀਤੀ। ਨੂੰ ਲੈ ਕੇ ਚਿੰਤਤ ਹੈ। ਲੇਕਿਨ ਪੰਜਾਬ ਦੇ ਅੰਦਰ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਕੋਈ ਐਸੀ ਗੱਲ ਹੋਈ ਨਹੀਂ। ਕਿਸੇ ਨੇ ਉਹਨੂੰ ਮੰਦਾ ਨਹੀਂ ਬੋਲਿਆ, ਕਿਸੇ ਨੇ ਉਹਨਾਂ ਨੂੰ ਗਾਲ ਨਹੀਂ ਕੱਢੀ, ਕਿਸੇ ਨੇ ਕੋਈ ਐਸੀ ਦੁਰਘਟਨਾ ਨਹੀਂ ਕੀਤੀ। ਅਚਨਚੇਤ ਉਹਨਾਂ ਨੇ ਸੜਕ ਦਾ ਦੌਰਾ ਕਰ ਲਿਆ ਤੇ ਉੱਥੇ ਰਸ਼ ਨਹੀਂ ਸੀ। ਉਹਨਾਂ ਨੇ ਆਖਿਆ ਪੁਲ ਤੇ ਖੜ ਕੇ ਕੋਈ ਬਹਾਨਾ ਬਣਾਓ। ਸੋ ਹੁਣ ਸਾਡੀ ਬੇਨਤੀ ਹੈ
ਕਿ ਕਿਰਪਾ ਕਰਕੇ ਆਪਦੀ ਸਿਕਿਉਰਿਟੀ ਦਾ ਆਪ ਇੰਤਜ਼ਾਮਾਤ ਕਰਕੇ ਹੁਣ ਸਾਡੇ ਪੰਜਾਬ ਦਾ ਕੋਈ ਵਿਅਕਤੀ ਅਸੀਂ ਮੋਦੀ ਸਾਹਿਬ ਦਾ ਸਵਾਗਤ ਕਰਾਂਗੇ। ਅਗਰ ਕੋਈ ਮੋਦੀ ਸਾਹਿਬ ਨੂੰ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਅਸੀਂ ਉਹਦੇ ਅੱਗੇ ਹੋ ਕੇ ਖੜਾਂਗੇ। ਲੇਕਿਨ ਐਵੇਂ ਡਰਾਮਾ ਨਾ ਬਣਾਉਣ, ਐਵੇਂ ਬਹਾਨੇ ਨਾ ਬਣਾਉਣ, ਜਨਤਾ ਉਹਨਾਂ ਦੇ ਨਾਲ ਨਹੀਂ ਹੈ। ਹਰਿਆਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਬਹਾਦਰ ਅਤੇ ਇਮਾਨਦਾਰ ਪੰਜਾਬ ਪ੍ਰਸਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚੋਂ ਭ੍ਰਿਸ਼ਟਾਚਾਰੀ ਬਾਦਲ ਪਰਿਵਾਰ ਨੂੰ ਭਜਾਉਣ ਅਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਬਾਦਲ ਪਰਿਵਾਰ ਲੰਬੇ ਸਮੇਂ ਤੋਂ ਪੰਥ ਤੇ ਪੰਜਾਬ ਨੂੰ ਲੁੱਟਦਾ ਆ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਮਨਪ੍ਰੀਤ ਸਿੰਘ ਬਾਦਲ ਸਾਰਿਆਂ ਨੇ ਰਲ ਕੇ ਪੰਜਾਬ ਵਿੱਚ ਡਰੱਗ ਟਰਾਂਸਪੋਰਟ, ਲੈਂਡ, ਸੈਂਡ, ਕੇਬਲ ਮਾਫੀਆ ਬਣਾ ਕੇ ਪੰਜਾਬ ਨੂੰ ਲੁੱਟਿਆ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾ ਦਿੱਤਾ। ਜਿਸ ਗੁਰੂ ਦੇ ਨਾਂ ਤੇ ਪੰਜਾਬ ਵਸਦਾ, ਉਸ ਗੁਰੂ ਦੀ ਬੇਅਦਬੀ ਬਰਗਾੜੀ ਦੀਆਂ ਗਲੀਆਂ ਵਿੱਚ ਪਾਵਨ ਅੰਗ ਰੋਲ ਕੇ ਕਰਵਾਈ ਅਤੇ ਅੱਜ ਬਠਿੰਡਾ ਸ਼ਹਿਰ ਤੋਂ ਮੈਂ ਪੂਰੇ ਪੰਜਾਬ ਦੇ ਵਸਿੰਦਿਆਂ ਨੂੰ, ਬਹਾਦਰ ਪੰਜਾਬੀਆਂ ਨੂੰ, ਪੰਜਾਬ ਪ੍ਰਸਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜੇ ਪੰਥ ਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤੇ ਬਾਦਲ ਪਰਿਵਾਰ, ਭ੍ਰਿਸ਼ਟ ਜਿਹੜਾ ਬਾਦਲ ਪਰਿਵਾਰ ਆ, ਇਹਨੂੰ ਰਾਜਨੀਤੀ 'ਚੋਂ ਭਜਾ ਦਿਓ। ਇਹਨਾਂ ਨੂੰ ਭਜਾਓ, ਪੰਥ ਤੇ ਪੰਜਾਬ ਬਚਾਓ, ਚਾਹੇ ਉਹ ਬਾਦਲ ਦਲ 'ਚ ਬੈਠਾ ਤੇ ਚਾਹੇ ਉਹ ਕਾਂਗਰਸ 'ਚ ਬੈਠਾ ਹੈ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਪੰਜਾਬ ਦਾ ਪੰਥ ਦਾ ਘਾਣ ਕੀਤਾ, ਪੰਥ ਦੀਆਂ ਸੰਸਥਾਵਾਂ ਦਾ, ਇਹ ਪੰਥ ਦੇ ਸਾਹਮਣੇ ਆ। ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਵੱਡੇ ਬਾਦਲ ਨੇ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਕਰਕੇ ਕੀਤੀ ਸੀ। ਝੂਠੇ ਪੁਲਿਸ ਮੁਕਾਬਲੇ ਉਦੋਂ ਬਾਅਦ ਅਨੇਕਾਂ ਹੋਏ, ਪਰ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਰਾਜ 'ਚ ਬੇਅਦਬੀ ਹੋਈ, ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਗਈਆਂ। ਇਹਨਾਂ ਦੇ ਰਾਜ ਵਿੱਚ ਲੈਂਡ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਡਰੱਗ ਮਾਫੀਆ, ਇਹਨਾਂ ਨੇ ਸਾਰੇ ਮਾਫੀਆ ਚਲਾਏ ਰਲ ਕੇ ਸਾਲੇ ਭਣੋਈਏ ਨੇ ਬਿਕਰਮ ਸਿੰਘ ਮਜੀਠੀਆ ਨਾਲ। ਤੁਸੀਂ ਦੇਖੋ ਪੰਜਾਬ 'ਚ ਗੁੰਡਾਗਰਦੀ ਕੀਤੀ, ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ। ਔਰ ਬੇਅਦਬੀ ਦੇ ਦੋਸ਼ੀ ਜਿਹੜੇ ਸੀਗੇ ਉਹਨਾਂ ਨੂੰ ਛਤਰ ਛਾਇਆ ਦਿੱਤੀ। ਜਿਹਨੇ ਸਵਾਂਗ ਰਚਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਸ ਡੇਰੇ ਸਰਸਾ ਮੁਖੀ ਨੂੰ ਉਹਦਾ ਕੇਸ ਸਵਾਂਗ ਰਚਣ ਵਾਲਾ ਜਿਹੜਾ ਸੀ, ਸਿੱਖ ਭਾਵਨਾਵਾਂ ਭੜਕਾਉਣ ਵਾਲਾ, ਉਹ ਬਠਿੰਡੇ ਰੱਦ ਕਰਵਾਇਆ ਬਾਦਲ ਪਰਿਵਾਰ ਨੇ। ਉਹਨੂੰ ਰੱਦ ਕਰਵਾਇਆ ਇੱਥੇ ਬਠਿੰਡਾ ਦੀ ਕੋਰਟ ਦੇ ਵਿੱਚ। ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਈਕਾਟ ਦਾ ਹੁਕਮਨਾਮਾ ਜਾਰੀ ਸੀ। ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਡੇਰੇ ਸਰਸੇ ਦੀ ਹਮਾਇਤ ਲਈ ਤੇ ਉਹਨੂੰ ਮਾਫੀਨਾਮਾ ਦਵਾਇਆ ਬਾਦਲ ਪਰਿਵਾਰ ਨੇ। ਇਸ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਜੇ ਪੰਥ ਦੀਆਂ ਸੰਸਥਾਵਾਂ ਨੂੰ, ਪੰਜਾਬ ਨੂੰ ਬਚਾਉਣਾ, ਅਕਾਲ ਤਖਤ ਸਾਹਿਬ 'ਤੇ ਕਬਜ਼ਾ ਕਰਕੇ, ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਕੇ, ਇਹਨਾਂ ਨੇ ਉਹ ਸਾਡੀਆਂ ਮਹਾਨ ਸੰਸਥਾਵਾਂ, ਸ਼੍ਰੋਮਣੀ ਅਕਾਲੀ ਦਲ, ਉਹਦੇ 'ਤੇ ਕਬਜ਼ਾ ਕਰਕੇ ਤੇ ਉਹਨਾਂ ਸੰਸਥਾਵਾਂ ਦਾ ਭੋਗ ਪਾ ਦਿੱਤਾ। ਜੇ ਅਸੀਂ ਚਾਹੁੰਦੇ ਉਹਨਾਂ ਨੂੰ ਮੁੜ ਸਰਜੀਤ ਕਰਨਾ ਤੇ ਸਾਨੂੰ ਬਾਦਲ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ 'ਚੋਂ ਪਰੇ ਕਰਨਾ ਪਊਗਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਮੋਗਾ ਦੀ ਪੁਲਿਸ ਅਤੇ ਪੁਲਿਸ ਦੀਆਂ ਕੰਪਨੀਆਂ ਨੇ ਮੋਗਾ ਦੇ ਮੁੱਖ ਬਾਜ਼ਾਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਜਨਤਾ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਉਹਨਾਂ ਸਥਾਨਕ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ। ਇਸ ਮੌਕੇ ਡੀਐਸਪੀ ਜਸ਼ਨਦੀਪ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਦੇ ਕੰਪਨੀਆਂ BSF ਦੀਆਂ ਪਹੁੰਚ ਚੁੱਕੀਆਂ ਹਨ। ਅੱਜ ਡਿਸਟ੍ਰਿਕਟ ਮੋਗਾ ਦੀ ਪੁਲਿਸ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਇੱਕ ਫਲੈਗ ਮਾਰਚ ਅਸੀਂ ਪਲਾਨ ਕੀਤਾ ਤੇ ਉਹ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਡਿਸਟ੍ਰਿਕਟ ਮੋਗਾ ਦੀ ਸਿਟੀ ਸਬ ਡਿਵੀਜ਼ਨ ਦੇ 4 SHO, ਸਿਟੀ 1, ਸਿਟੀ ਸਾਊਥ, ਚੜਿਕ ਐਂਡ ਸਦਰ ਨੂੰ ਨਾਲ ਲੈ ਕੇ ਤੇ ਪਲੱਸ ਜਿਹੜੀ ਸਾਡੇ ਕੋਲ ਪੈਰਾਮਿਲਟਰੀ ਫੋਰਸ ਬਾਹਰੋਂ ਦੂਸਰੀ ਸਟੇਟਸ ਤੋਂ ਆਈਆਂ ਨੇ, ਜਿਹਦੇ ਵਿੱਚ CRPF, CISF, BSF ਤੇ ਨਾਗਾਲੈਂਡ ਪੁਲਿਸ ਵੀ ਸਾਡੇ ਕੋਲ ਹੈਗੀ ਆ। ਉਹਨਾਂ ਨਾਲ ਮਿਲ ਕੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਜਿਹੜੇ ਵੀ ਇਲੈਕਸ਼ਨ ਇਸ ਵਾਰੀ ਹੋ ਰਹੇ ਨੇ ਉਹਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨਸ ਅਸੀਂ ਕਰਾਵਾਂਗੇ ਤੇ ਲੋਕਾਂ ਦੇ ਵਿੱਚ ਪੂਰੀ ਸੁਰੱਖਿਆ ਦਾ ਲੋਕਾਂ ਨੂੰ ਕਰਕੇ ਜਾਗਰੂਕ ਅਸੀਂ ਇਹ ਫਲੈਗ ਮਾਰਚ ਕਰਨ ਦੀ ਹੁਣ ਸਟਾਰਟ ਕਰਨ ਜਾ ਰਹੇ ਹਾਂ। ਟੋਟਲ ਸਾਡੇ ਕੋਲ ਸਿਟੀ ਸਬ ਡਿਵੀਜ਼ਨ ਦੇ ਕੋਲ ਇਸ ਵੇਲੇ 5 ਕੰਪਨੀਆਂ ਜਿਹੜੀਆਂ ਸਾਡੇ ਕੋਲ ਆ ਚੁੱਕੀਆਂ ਨੇ। ਹੋਰ ਵੀ ਫੋਰਸ ਆ ਰਹੀ ਹੈ। ਅੱਜ ਰਾਤ ਨੂੰ ਵੀ ਹੋਰ 2 ਕੰਪਨੀਆਂ ਚੱਲੀਆਂ ਹੋਈਆਂ ਨੇ, ਆਲਰੇਡੀ ਪਹੁੰਚਣ ਵਾਲੀਆਂ ਨੇ। ਤਾਂ ਦਿਨ ਬ ਦਿਨ ਸਾਡੇ ਕੋਲ ਕਾਫੀ ਫੋਰਸ ਆ ਰਹੀ ਹੈ, ਜਿਹੜੀ ਅਸੀਂ ਡਿਪਲੋਇਮੈਂਟ ਪਲਾਨ ਜਿਹੜਾ ਸਾਡਾ ਡਿਸਟ੍ਰਿਕਟ ਦਾ ਜਾਰੀ ਕੀਤਾ ਉਹਦੇ ਵਿੱਚ ਅਸੀਂ ਇਹਨੂੰ ਡਿਪਲੋਏ ਕਰਾਂਗੇ। ਸਰ, ਮੋਗਾ ਪੁਲਿਸ ਵੱਲੋਂ ਇੱਕ ਨਵੀਂ ਮੁਹਿੰਮ ਵੀ ਛੇੜੀ ਗਈ ਸੀ, ਜਿਹੜੇ ਸੀਨੀਅਰ ਸਿਟੀਜ਼ਨ ਆ ਗਏ ਨੇ ਜਾਂ ਕੁਝ ਹੈਲਪਲਾਈਨ ਲੱਗੇ ਨੇ, ਉਹਨਾਂ ਨੂੰ ਵੋਟਿੰਗ ਵਾਸਤੇ ਜਿਹੜਾ ਹੈਗਾ
ਉੱਥੇ ਲੈ ਕੇ ਜਾਣਾ ਬੂਥ ਦੇ ਉੱਪਰ, ਉਹ ਵੀ ਚਲਾਇਆ ਜਾ ਰਿਹਾ। ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਵਾਰੀ ਵੀ ਇੱਕ ਮੁਹਿੰਮ ਚਲਾਈ ਗਈ ਹੈ ਕਿ ਜਿਹੜੇ ਫਿਜ਼ੀਕਲੀ ਹੈਂਡੀਕੈਪ ਨੇ ਤੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੀ ਵੀ ਜਿਹੜੀ ਪੋਲਿੰਗ ਵੋਟਿੰਗ ਕਰਵਾਉਣ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜੋ ਅੱਜ ਕੱਲ੍ਹ ਚੱਲ ਵੀ ਰਹੀ ਹੈ। ਅਸੀਂ ਵੈਸੇ ਵੀ ਅਪੀਲ ਕਰਦੇ ਹਾਂ ਮੋਗਾ ਦੇ ਜਿੰਨੇ ਵੋਟਰਸ ਨੇ ਕਿ ਆਪਣੇ ਖੁੱਲ੍ਹ ਕੇ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਜ਼ਰੂਰ ਪੋਲ ਕਰਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਇੱਕ ਵੱਡਾ ਚਿਹਰਾ ਹੈ ਤੇ ਲੋਕੀ ਉਸ ਨੂੰ ਪਸੰਦ ਕਰਦੇ ਹਨ। ਇਸੇ ਕਰਕੇ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ ਉਹਨਾਂ ਚਿਰ ਕੇਜਰੀਵਾਲ ਪੰਜਾਬ ਵਿੱਚ ਹੀ ਰਹਿਣਗੇ। ਕੇਜਰੀਵਾਲ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਉਹਨਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕੀ ਆਪ ਦੀ ਸੋਚ ਦੇ ਨਾਲ ਖੜੇ ਹਨ। प्रचार का और क्या कहना चाहेंगे आप? चुनाव के केवल अब 7-8 दिन रह गए हैं और सभी सर्वे ये दिखा रहे हैं कि आम आदमी पार्टी की सरकार बनना लगभग तय है, पर सर्वे में ये भी आ रहा है कि कोई दिखा रहा है 60 सीट, कोई दिखा रहा है 62 सीट। तो मेरी सभी कार्यकर्ताओं से अपील है कि खूब मेहनत करें, आखिरी धक्का मारें, हमें 80 से ज़्यादा लेके आनी है ताकि स्टेबल रहे सरकार। सभी वोटर से भी अपील है, पंजाब के सभी लोगों से भी अपील है कि अब सब लोग कोशिश करके हर वोटर जो है, हर पंजाबी जो है वो भी पंजाब में ईमानदार सरकार बनाने के लिए सब लोग कैंपेनिंग में मदद करें। हर व्यक्ति 10-10 वोट लाने की जिम्मेदारी ले ले तो पूरा पंजाब एक तरह से कैंपेनिंग में लग जाएगा। कितने दिन का शेड्यूल है आपका? मैं अब आखिरी दिन तक हूँ। आखिरी दिन तक रहेंगे? सर, रवनीत बिट्टू ने कहा है कि पीएम डीजल को लेके जो कि बाई रोड ना आए, बाई एयर आए। उनको कहने दीजिए। सर, मेरा ये कहना है कि पंजाब एक बॉर्डर स्टेट है। बॉर्डर स्टेट बड़ा नाजुक होता है, उसमें इस किस्म से पीएम सिक्योरिटी को लेके, इंटरनल सिक्योरिटी को लेके राजनीति नहीं होनी चाहिए। अगर राजनीति होती है तो वो अच्छी बात नहीं है। केजरीवाल सर, आम आदमी पार्टी के लेकर ना विक्रम मजीठिया का बयान है, कहते वो रेस में नहीं है। उनको कहने दीजिए, वो तो नतीजे वाले दिन 10 मार्च को पता चलेगा। ਅੱਜ ਅੰਮ੍ਰਿਤਸਰ ਵਿੱਚ ਭਾਜਪਾ ਨੇਤਾ ਜਗਮੋਹਨ ਰਾਜੂ ਨੇ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਮਜੀਠੀਆ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਮੇਰੇ ਤੇ ਵੱਡਾ ਹਮਲਾ ਕਰਵਾਇਆ ਹੈ। ਰਾਜੂ ਨੇ ਕਿਹਾ ਹੈ ਕਿ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਉਹ ਪ੍ਰਚਾਰ ਦੇ ਲਈ ਜਾ ਰਹੇ ਸਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਣਗੇ ਜਿੰਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ। ਅੱਜ ਸਵੇਰੇ ਮੈਂ 에ਅਰਪੋਰਟ ਰੋਡ ਤੇ ਆ ਰਹੀ ਸੀ, ਮੈਂ ਤੇ ਡਰਾਈਵਰ ਕੋਈ ਨਹੀਂ ਸੀ ਔਰ ਗੱਡੀ 'ਚ ਤੇ ਗੱਡੀ 3-4 ਮੁੰਡੇ ਆਏ ਗੁੰਡੇ ਵਰਗੇ, ਉਹਨਾਂ ਨੇ ਗੱਡੀ ਸਾਡੀ ਰੋਕ ਲਿੱਤੀ। ਸੜਕ ਚਲਦੀ ਹੋਈ ਗੱਡੀ ਤੇ ਖਿੜਕੀ ਮੇਰੀ ਖੁੱਲੀ ਹੋਈ ਸੀ ਤੇ ਮੇਰਾ ਇਹ ਦੁਪੱਟਾ ਖਿੱਚਿਆ ਔਰ ਗਲੇ ਪਕੜਨ ਦੀ ਕੋਸ਼ਿਸ਼ ਕੀਤੀ ਤੇ ਮੈਂ ਡਰਾਈਵਰ ਨੂੰ ਕਿਹਾ ਤੁਸੀਂ ਛੇਤੀ ਚਲੋ ਤੇ ਅਸੀਂ ਨਿਕਲ ਗਏ। ਓਕੇ, ਫਿਰ ਅਸੀਂ ਮੋਕਮਪੁਰੇ ਕੈਂਪੇਨਿੰਗ ਕਰ ਰਹੇ ਸੀ ਤੇ ਮੇਰੇ ਡਾਟਰ ਤੇ ਡਾਟਰ ਇਨ ਲਾ ਸਟicker ਲਾ ਰਹੇ ਸੀ ਤੇ ਗੁੰਡੇ ਉਹਨਾਂ ਦੇ ਪਿੱਛੇ ਤੰਗ ਕਰ ਰਹੇ ਸੀ ਉਹਨਾਂ ਨੂੰ। ਫਿਰ ਸਾਨੂੰ ਇੱਕਦਮ ਤੋਂ ਫੋਨ ਆਇਆ ਕਿ ਡਰਾਈਵਰ ਮਤਲਬ ਕਿਸੇ ਦਾ ਫੋਨ ਆਇਆ ਕਿ ਡਰਾਈਵਰ ਖੜਿਆ ਹੋਇਆ ਸੀ, ਉਹਨੂੰ ਧੱਕਾ ਧੁੱਕਾ ਮਾਰ ਕੇ ਗੱਡੀ ਦੀ ਚਾਬੀ ਖੋਹ ਲਿੱਤੀ ਉਹਦੇ ਕੋਲ ਤੇ ਦੂਜੇ ਡਰਾਈਵਰ ਦੇ ਉਹ ਅੰਦਰ ਗੱਡੀ ਬੰਦ ਕਰਕੇ ਬਹਿ ਗਿਆ ਤੇ ਉਹਦੀ ਗੱਡੀ ਹਿਲਾ ਰਹੇ ਸੀ ਕਿ ਚਾਬੀ ਦੇ ਨਿਕਲ ਇੱਥੋਂ। ਤੇ ਅਸੀਂ ਆਏ, ਫਿਰ ਇੰਸਪੈਕਟਰ ਸਾਹਿਬ ਆਏ, ਉਹ ਮੁੰਡੇ ਨੂੰ ਫੜਿਆ। ਉਹ ਕਹਿੰਦਾ ਹੱਥ ਨਾ ਲਾਓ ਮੈਨੂੰ, ਤੁਸੀਂ ਤੁਹਾਨੂੰ ਪਤਾ ਨਹੀਂ ਮੈਂ ਕੌਣ ਹਾਂ, ਮੈਂ ਮਤਲਬ ਕਿਹੜਾ ਬੰਦਾ ਹਾਂ, ਮੈਂ ਕਿੱਦਾਂ ਬੰਦਾ ਹਾਂ, ਤੁਹਾਨੂੰ ਨਹੀਂ ਪਤਾ। ਤੇ ਐਨੀਵੇ ਅਸੀਂ ਚਾਬੀ ਵਾਪਸ ਲਿੱਤੀ, ਪਰ ਇਹ ਉੱਤੇ ਫਿਰ ਮਤਲਬ ਇੰਸਪੈਕਟਰ ਫਿਰ ਸਾਰੇ ਆ ਗਏ ਤੇ ਇਹ ਸਾਰਾ ਕੁਝ ਹੋਇਆ ਅੱਜ ਦੁਪਹਿਰੇ। ਹੁਣ ਸਾਨੂੰ ਕੀ ਪਤਾ ਜੀ ਅੰਦਰ ਕੀ ਲੈ ਕੇ ਪਤਾ ਲੱਗਾ ਜੀ ਹੁਣ ਤੱਕ ਕਿਹੜੇ ਬੰਦੇ ਸੀਗੇ, ਕਿਸ ਤਰ੍ਹਾਂ ਸਾਨੂੰ ਨਹੀਂ ਪਤਾ। ਮੈਨੂੰ ਇਹ ਪਤਾ ਉਹਨੇ ਇੱਕ ਟੋਪੀ ਜੀ ਪਾਈ ਹੋਈ ਸੀ ਤੇ ਉਹ ਕੋਈ ਧਮਕੀ ਦਿੱਤੀ ਹਾਂ, ਉਹ ਕਹਿ ਕੇ ਗਿਆ ਹੱਥ ਨਾ ਲਾਣਾ ਮੈਨੂੰ, ਤੁਹਾਨੂੰ ਪਤਾ ਨਹੀਂ ਮੈਂ ਕਿੱਦਾਂ ਬੰਦਾ ਹਾਂ ਤੇ ਫਿਰ ਇਸ ਤਰ੍ਹਾਂ ਕਹਿ ਰਹੇ। ਅੱਜ ਲੁਧਿਆਣਾ ਦੇ ਸਰਾਭਾ ਨਗਰ ਕੀਪਸ ਮਾਰਕੀਟ ਵਿੱਚ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਅਨੋਖੇ ਤਰੀਕੇ ਨਾਲ ਪ੍ਰਚਾਰ ਕੀਤਾ ਤੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਤੇ ਜੰਮ ਕੇ ਵਰਸੇ। ਉਹਨਾਂ ਕਿਹਾ ਕਿ ਲੋਕੀ ਸੁਚੇਤ ਹੋਣ ਤੇ ਬੇਈਮਾਨ ਲੋਕਾਂ ਨੂੰ ਵੋਟਾਂ ਨਾ ਪਾਉਣ। ਚੁਣਾਵ ਪ੍ਰਚਾਰ ਤਾਂ ਜੀ ਆਪਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਚੱਲ ਹੀ ਰਿਹਾ ਹੈ, ਰੂਟੀਨ ਦੇ ਵਿੱਚ ਵੀ ਹੁੰਦੀ ਹੈ। ਕੱਲ ਵੀ ਆਪਾਂ ਇਕੱਠੇ ਹੋਏ ਸੀਗੇ ਸਾਰੇ ਮਿੱਡਾ ਚੌਂਕ ਦੇ ਵਿੱਚ ਜਵਾਹਰ ਨਗਰ ਕੈਂਪ, ਜਿੱਥੇ ਕਿ ਇਹਦਾ ਜਿਹੜਾ ਬਾਹੂਬਲੀ ਨਕਲੀ ਹੈ ਇਹਦਾ ਗੜ੍ਹ ਮੰਨਿਆ ਜਾਂਦਾ ਹੈ। ਤਾਂ ਕੱਲ ਅਸੀਂ ਕੋਸ਼ਿਸ਼ ਕੀਤੀ ਸੀ 4-5 ਘੰਟੇ ਸਪੈਂਡ ਕੀਤੇ ਤਾਂ ਕਿ ਉੱਥੇ ਲੋਕਾਂ ਦੇ ਵਿੱਚ ਜਿਹੜੀ ਇਹਦੀ ਡਰ ਤੇ ਜਿਹੜਾ ਉਹ ਭੈ ਦਾ ਮਾਹੌਲ ਬਣਾਇਆ ਹੋਇਆ ਹੈ ਉਹ ਲੋਕਾਂ ਦੇ ਦਿਲਾਂ ਵਿੱਚੋਂ ਦੂਰ ਹੋਵੇ, ਤਾਂ ਕਿ ਲੋਕ ਸਮਝਣ ਕਿ ਇਹ ਖੋਖੇ ਔਰ ਥੋਥਰੇ ਲੋਕ ਹੈ, ਇਹਨਾਂ ਦੇ ਪੱਲੇ ਕੁਛ ਨਹੀਂ, ਸਿਰਫ ਇਹ ਡਰਿਆਂ ਨੂੰ ਡਰਾਉਂਦੇ ਹੈ। ਤੋ ਇਹ ਗੱਲਾਂ ਕਈ ਦਿਨਾਂ ਤੋਂ ਇਲੈਕਸ਼ਨ ਦੇ ਮੁਤਲਕ ਆਪਣੀਆਂ ਚੱਲਦੀਆਂ ਰਹੀਆਂ, ਪਹਿਲਾਂ ਵੀ ਆਪਾਂ ਕੀਤੀਆਂ, ਪਰ ਮੈਂ ਅੱਜ ਕੁਛ ਡਿਫਰੈਂਟ ਗੱਲਬਾਤ ਕਰਨੀ ਚਾਹੁੰਦਾ ਪੰਜਾਬ ਦੇ ਲੋਕਾਂ ਵਾਸਤੇ
ਕਿ ਸਾਨੂੰ ਸਭ ਤੋਂ ਵੱਡੀਆਂ ਜਿਹੜੀਆਂ ਤਕਲੀਫਾਂ ਜਾਂ ਜਿਹੜੇ ਅਸੀਂ ਖੂਹ ਵਿੱਚ ਡਿੱਗਿਆ ਹੋਏ ਹਾਂ ਇਸ ਟਾਈਮ, ਸਾਡੀ ਜਵਾਨੀ ਵੀ, ਸਾਡੇ ਪੰਜਾਬ ਦਾ ਸਾਰਾ ਮਾਹੌਲ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ, ਉਹਦੇ ਵਿੱਚ ਸਾਡੇ ਬੁੱਧੀਜੀਵੀ ਵਰਗ ਜਿਹੜਾ ਹੈਗਾ, ਸਾਡਾ ਰਾਈਟਰ ਹੈਗਾ ਜਿਹੜਾ, ਸਾਡੇ ਮਤਲਬ ਚਿੱਤਰਕਾਰ ਜਿਹੜੇ ਵੀ ਮਤਲਬ ਬੁੱਧੀਜੀਵੀ ਪ੍ਰੋਫੈਸਰ ਜਾਂ ਜਿਨ੍ਹਾਂ 'ਤੇ ਆਪਾਂ ਉਮੀਦ ਰੱਖਦੇ ਹਾਂ, ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਜਿਹੜੇ ਸੀਨੀਅਰ ਲੋਕ ਹੁੰਦੇ ਆ ਉਹ ਇੱਕ ਜ਼ਿੰਮੇਵਾਰ ਹੁੰਦੇ ਆ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸੰਭਾਲਣ ਵਾਸਤੇ। ਅਸੀਂ ਲੁਧਿਆਣੇ ਸ਼ਹਿਰ ਨੂੰ ਬਿਲੋਂਗ ਕਰਦੇ ਹਾਂ, ਇੱਥੇ ਬੜੇ ਬੜੇ ਨਾਮ ਹੈ, ਵੱਡੇ ਵੱਡੇ ਇੱਥੇ ਇਹਦੇ ਸਾਹਿਤ ਦੇ ਵਿੱਚ, ਉਹਦਾ ਜਿਵੇਂ ਸੁਰਜੀਤ ਪਾਤਰ ਲਾ ਲਓ, ਗੁਰਭਜਨ ਗਿੱਲ ਹੋਰੀ ਲਾ ਲਓ, ਹੋਰ ਵੱਡੇ ਵੱਡੇ ਨਾਮ ਹੈ। ਮੈਂ ਬਾਈ ਨੇ ਮੈਂ ਸਾਰਿਆਂ ਨੂੰ ਕਹਿੰਦਾ ਕਿਸੇ ਦਾ ਨਾਮ ਨਾ ਆਇਆ ਹੋਵੇ ਤੇ ਉਹ ਗੁੱਸਾ ਕਰੇ ਜਾਂ ਨਾ ਕਰੇ ਵੀ ਮੇਰਾ ਨਾਮ ਲੈ ਦਿੱਤਾ ਜਾਂ ਨਹੀਂ ਲਿੱਤਾ ਗਿਆ। ਜਿੰਨੇ ਹੀ ਇਹ ਅਖੌਤੀ ਸਾਹਿਤਕਾਰ ਨੇ, ਇਹਨਾਂ ਨੇ ਆਪਣਾ ਜਿਹੜਾ ਹੈਗਾ ਰੋਲ ਜਿਹੜਾ ਹੈ ਬਿਲਕੁਲ ਅਦਾ ਨਹੀਂ ਕੀਤਾ, ਜੋ ਕਿ ਇਸ ਟਾਈਮ ਪੰਜਾਬ ਦੀ ਜਵਾਨੀ ਦੀ ਬਰਬਾਦੀ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੈ। ਅੱਜ ਵੀ ਕੋਈ ਵੀ ਇਲੈਕਸ਼ਨ ਦਾ ਟਾਈਮ ਹੈ, ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਨ ਵਾਸਤੇ ਕੋਈ ਤਿਆਰ ਨਹੀਂ ਹੈਗਾ। ਸਾਧੂ ਧਰਮਸੋਤ ਨਾਲ ਹੋ ਗਈ ਇਹ ਕਹਾਵਤ ਸੱਚ, ਜੈਸੀ ਕਰਨੀ ਵੈਸੀ ਭਰਨੀ। ਹੁਣ ਨਾਭਾ ਬਲਾਕ ਦੇ ਪਿੰਡ ਅਲੀਪੁਰ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਵਾਲੇ ਬੈਰੀਕੋਡ ਲਗਾ ਕੇ ਘੇਰਿਆ ਸਾਧੂ ਧਰਮਸੋਤ ਨੂੰ। ਸਾਧੂ ਚੋਰ, ਸਾਧੂ ਮੁਰਦਾਬਾਦ ਦੇ ਲੋਕਾਂ ਨੇ ਲਗਾਏ ਨਾਰੇ। ਪਿੰਡ ਵਾਲਿਆਂ ਨੇ ਗੱਡੀ ਵਿੱਚ ਉਤਾਰ ਸਾਧੂ ਨੂੰ ਸਵਾਲ ਜਵਾਬ ਕਰ ਪਿੰਡ ਵਿੱਚ ਐਂਟਰੀ ਕੀਤੇ ਬਗੈਰ ਵਾਪਸ ਮੋੜਿਆ ਸਾਧੂ ਸਿੰਘ ਧਰਮਸੋਤ। ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸੱਜਣ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਇੱਕ ਹਲਫਨਾਮਾ ਦਿੱਤਾ ਹੈ, ਜਿਸ ਵਿੱਚ ਉਹਨਾਂ ਨੇ ਆਪਣੇ ਉੱਪਰ ਹੁੰਦੇ ਹੋਏ 2 ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇੱਕ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ, ਜਦਕਿ ਦੂਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਹਨਾਂ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਗੁਣ ਤਾਂ ਹੈਗੇ ਹਨ ਪਰ ਪੈਸਾ ਨਹੀਂ। ਇਹ ਕਹਿਣਾ ਹੈ ਗਰੀਮਾ ਪ੍ਰੋਡਕਸ਼ਨ ਦੇ ਅਰਮਾਨ ਮਿਊਜ਼ਿਕ ਕਾਰਪੋਰੇਸ਼ਨ ਕੰਪਨੀ ਦੇ ਜਗਦੀਸ਼ ਕੁਮਾਰ ਤੇ ਆਰਪੀ ਸਿੰਘ ਦਾ। ਅੱਜ ਚੰਡੀਗੜ੍ਹ ਵਿੱਚ ਇੱਕ ਸਾਂਝੀ ਕੰਪਨੀ ਲਾਂਚ ਕੀਤੀ ਗਈ, ਜਿਸ ਵਿੱਚ ਉੱਘੇ ਸੰਗੀਤਕਾਰ ਕੁਲਜੀਤ ਸਿੰਘ ਤੇ ਫਿਲਮ ਨਿਰਦੇਸ਼ਕ ਪ੍ਰਦੀਪ ਹਾਜ਼ਰ ਸਨ। ਉਹਨਾਂ ਨੇ ਕਿਹਾ ਹੈ ਕਿ ਇਹ ਪਲੇਟਫਾਰਮ ਕਲਾਕਾਰਾਂ ਲਈ ਇੱਕ ਮੀਲ ਪੱਥਰ ਸਥਾਪਿਤ ਹੋਵੇਗਾ। ਇਸ ਖਾਸ ਮੌਕੇ ਅਦਾਕਾਰ ਤਮੰਨਾ ਤੇ ਮਾਡਲ ਐਕਟਰ ਸ਼ੁਭਮ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਆਗੂ ਤਰੁਣ ਚੁੱਗ, ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ, ਔਰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ ਵਧਾਈਆਂ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਦੇ ਰਾਹੀਂ ਸਿੱਖਾਂ ਨੂੰ ਬਾਣੀ ਦਾ ਵੱਧ ਤੋਂ ਵੱਧ ਅਦਬ ਕਰਨਾ ਸਿਖਾਇਆ, ਔਰ ਇੱਥੋਂ ਤੱਕ ਕਿਹਾ ਕਿ ਜਿਸ ਨੇ ਬਾਣੀ ਦੇ ਅਦਬ ਨੂੰ, ਬਾਣੀ ਦੇ ਸਤਿਕਾਰ ਨੂੰ ਮਨ ਦੇ ਵਿੱਚ ਨਹੀਂ ਵਸਾਇਆ, ਸਮਝੋ ਉਹ ਸਿੱਖ ਹੀ ਨਹੀਂ ਹੈ। ਜਿਨ ਪੈ ਬਾਣੀ ਅਦਬ ਨ ਧਾਰਾ, ਜਨ ਹੋ ਸੋ ਨਹੀਂ ਸਿੱਖ ਹਮਾਰਾ। ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਵਿਸ਼ੇਸ਼ ਯੋਗਦਾਨ ਕਿ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪ ਬਾਗ ਲਗਵਾਏ, ਜਾਨਵਰਾਂ ਦੀ ਸੰਭਾਲ ਕਰਨਾ ਸਿਖਾਇਆ, ਔਰ ਸਾਨੂੰ ਦੱਸਿਆ ਕਿ ਇਸ ਧਰਤੀ ਦੇ ਉੱਤੇ ਸ਼ੁੱਧ ਪਾਣੀ ਦਾ ਹੋਣਾ, ਸ਼ੁੱਧ ਹਵਾ ਦਾ ਹੋਣਾ, ਸ਼ੁੱਧ ਵਾਤਾਵਰਣ ਦਾ ਹੋਣਾ ਮਨੁੱਖੀ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ। ਅਗਰ ਮਨੁੱਖੀ ਜੀਵਨ ਤੰਦਰੁਸਤ ਹੈ, ਸਾਫ਼ ਸੁਥਰੇ ਪਾਣੀ ਔਰ ਵਾਯੂਮੰਡਲ ਦੇ ਕਾਰਨ, ਤਾਂ ਹੀ ਉਹ ਵਾਹਿਗੁਰੂ ਦੀ ਬੰਦਗੀ, ਮਾਨਵਤਾ ਦੀ ਸੇਵਾ ਪਰ ਉਪਕਾਰ ਕਰ ਸਕਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਵਾਤਾਵਰਣ ਦੇ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਹੋ ਗਏ ਹੈ, ਰੁੱਖਾਂ ਦੀ ਲਗਾਤਾਰ ਜਿਹੜੀ ਹੈ ਉਹ ਕਟਾਈ ਹੋ ਰਹੀ ਹੈ। ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਸਾਨੂੰ ਵਾਤਾਵਰਣ ਦੀ ਸੰਭਾਲ ਕਰਨ ਦਾ ਮਹਾਨ ਉਪਦੇਸ਼, ਮਹਾਨ ਸਿੱਖਿਆ ਦਿੱਤੀ, ਔਰ ਆਪ ਆਪਣੇ 5 ਭੌਤਿਕ ਤਨ ਦੇ ਵਿੱਚ ਵਿਚਰਦੇ ਆ ਰੁੱਖਾਂ ਦੀ ਸੰਭਾਲ ਕੀਤੀ, ਰੁੱਖ ਲਾਏ, ਰੁੱਖਾਂ ਨੂੰ ਪਿਆਰ ਕੀਤਾ, ਔਰ ਸਮੁੱਚਾ ਸਿੱਖ ਜਗਤ ਅੱਜ ਇਸ ਮਹਾਨ ਪ੍ਰਕਾਸ਼ ਪੁਰਬ ਨੂੰ ਮਨਾ ਰਿਹਾ। ਇੱਕ ਵਾਰੀ ਫੇਰ ਮੈਂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਾਨਸਾ ਦੇ ਪਿੰਡ ਕਸਬਾ ਭਿੱਖੀ ਵਿੱਚ ਆਏ, ਜਿੱਥੇ ਉਹਨਾਂ ਨੇ ਬੁਢਲਾਡਾ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਅਤੇ ਡਾਕਟਰ ਨਿਸ਼ਾਨ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਸੁਖਬੀਰ ਬਾਦਲ ਨੇ ਵਿਰੋਧੀਆਂ ਤੇ ਖੂਬ ਨਿਸ਼ਾਨੇ ਸਾਧੇ। 10 ਸਾਲ ਆਪਣਾ ਰਾਜ ਰਿਹਾ, ਤੁਸੀਂ ਆਪ ਦੇਖਿਆ, ਜੋ ਜਿਵੇਂ ਤੁਸੀਂ ਕਹਿੰਦੇ ਗਏ ਅਸੀਂ ਕਰਦੇ ਗਏ। ਕਿਉਂਕਿ ਤੁਹਾਡੇ ਇਸ ਇਲਾਕੇ ਦਾ ਸਰਕਾਰ ਸੀ।
ਪਿਛਲੇ 5 ਸਾਲ ਤੇ ਉਹ ਤੋਂ ਪਹਿਲੇ ਕੈਪਟਨ ਦੇ 5 ਸਾਲ ਇੱਕ ਇੱਟ ਨਹੀਂ ਲੱਗੀ। 4 ਪਾਰਟੀਆਂ ਮੈਦਾਨ 'ਚ, 4 ਪਾਰਟੀਆਂ। ਇਹ ਚਾਰਾਂ 'ਚੋਂ ਥੋੜੀ ਪੰਜਾਬ ਦੀ ਕੌਮ ਦੀ ਪੰਥ ਦੀ ਕੱਲੀ ਕੋਈ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਸਾਰੀਆਂ 3, ਬਾਕੀ 3 ਸਾਰੀਆਂ ਹੀ ਬਾਹਰ ਦੀਆਂ। ਦਿੱਲੀ ਤੋਂ ਹੁਕਮ ਆਉਂਦੇ ਆ, ਜੋ ਦਿੱਲੀ ਵਾਲੇ ਕਹਿੰਦੇ ਆ ਉਹਨਾਂ ਦੇ ਉਹੀ ਕੰਮ ਕਰਦੇ ਆ। ਸੋ ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਨਾਲ ਅਗਲੀ ਵਾਰ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਹਰਪ੍ਰੀਤ ਕੌਰ ਨੂੰ ਤੇ ਮਮਤਾ ਸ਼ਰਮਾ ਨੂੰ ਦੋ ਇਜਾਜ਼ਤ। ਰੱਬ ਰਾਖਾ।